सतगुर की जिसनों मत आवे सो सतगुर माहे समाना। एह बाणी जो जियो जाने तिस अंतर रवै हर नाम। बाणी गुरु गुरु है बाणी विच बाणी अमृत सारे। गुरबाणी कहे सेवक जन माने। पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। सलोक महला तीजा सतगुर सेवे आपना। सो सिर लेख लाए विचों आप गवाए। कै रहन सच लिव लाए। सतगुर जिनी ना सेवियो तिना बिरता जन्म गवाए। नानक जो तिस पावै सो करे। कहना किछु ना जाए। महला तीजा मन विकारी वेड़या। विकारा कर्म कमाए। दूजै पाए अज्ञानी पूज दे। दरगाह मिलै सजाए। आत्म देव पूजिए बिन सतगुर बूझ न पाए। जप तप संयम पाना सतगुरु का।
ਕਰਮੀ ਪੱਲੇ ਪਾਏ। ਨਾਨਕ ਸੇਵਾ ਸੁਰਤ ਕਮਾਵਣੀ। ਜੋ ਹਰ ਭਾਵੈ ਸੋ ਥਾਇ ਪਾਏ। ਪੌੜੀ। ਹਰ ਹਰ ਨਾਮ ਜਪੋ ਮਨ ਮੇਰੇ। ਜਿਤ ਸਦਾ ਸੁਖ ਹੋਵੈ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ। ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਹਰ ਹਰ ਨਾਮ ਜਪੋ ਮਨ ਮੇਰੇ। ਜਿਤ ਦਾਲਦ ਦੁਖ ਭੁਖ ਸਭ ਲਹਿ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ। ਮੁਖ ਗੁਰਮੁਖ ਪ੍ਰੀਤ ਲਗਾਤੀ। ਜਿਤ ਮੁਖ ਭਾਗ ਲਿਖਿਆ ਧੁਰ ਸਾਚੈ। ਹਰ ਤਿਤ ਮੁਖ ਨਾਮ ਜਪਾਤੀ। ਜਿਤ ਮੁਖ ਭਾਗ ਲਿਖਿਆ ਧੁਰ ਸਾਚੈ। ਹਰ ਤਿਤ ਮੁਖ ਨਾਮ ਜਪਾਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਸ਼ਬਦ ਜੋ ਸ਼੍ਰੀ ਰਾਗ ਕੀ ਵਾਰ ਅੰਦਰ 13ਵੀਂ ਪੌੜੀ ਦੇ ਰੂਪ ਵਿੱਚ 88 ਅੰਗ ਤੇ ਦਰਜ ਹੈ। ਇਸ ਸ਼ਬਦ ਦੀ ਵਿਚਾਰ ਪ੍ਰਿੰਸੀਪਲ ਸਾਹਿਬ ਗਿਆਨੀ ਬਲਜੀਤ ਸਿੰਘ ਜੀ, ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਰੋਪੜ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। 2 ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਅੰਮ੍ਰਿਤ ਸੰਚਾਰ ਅੱਜ 11 ਵਜੇ ਹੋਵੇਗਾ। ਗੁਰੂ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ 29 ਤਰੀਕ ਨੂੰ ਹੈ। 29 ਤਰੀਕ ਨੂੰ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ ਮਨਾਇਆ ਜਾਵੇਗਾ। ਇਸ ਉਪਲਕਸ਼ ਵਿੱਚ ਨਗਰ ਕੀਰਤਨ ਦਿੱਲੀ ਕਮੇਟੀ ਵੱਲੋਂ 1 ਜਨਵਰੀ ਵਾਲੇ ਦਿਨ ਸਜੇਗਾ। 23 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ, ਮਾਤਾ ਗੁਜਰ ਕੌਰ ਜੀ ਦਾ, ਗੁਰੂ ਕੇ ਪਿਆਰੇ ਗੁਰਸਿੱਖਾਂ ਦਾ ਸ਼ਹਾਦਤਾਂ ਦਾ ਸਮਾਂ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਖੁਸ਼ੀ ਦੇ ਕਾਰਜ, ਖਾਸ ਕਰਕੇ ਵਿਆਹ ਸ਼ਾਦੀਆਂ ਨਾ ਕੀਤੇ ਜਾਣ। ਇਹ ਦਿਨ ਆਪਾਂ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਈਏ। ਘਰਾਂ ਦੇ ਵਿੱਚ ਪੰਜਾਬੀ ਬੋਲਿਆ ਕਰੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਅੰਗਰੇਜ਼ੀ ਤੁਹਾਡੀ ਵਪਾਰਕ ਕਮਰਸ਼ੀਅਲ ਭਾਸ਼ਾ ਹੈ। ਚੰਗੇ ਨੌਕਰੀ ਦੇ ਪੈਕੇਜ ਲੈਣ ਵਾਸਤੇ
ਦੁਨੀਆ ਦੇ ਨਾਲ ਕੰਮ ਧੰਦਾ ਕਰਨ ਵਾਸਤੇ ਜੇ ਤੁਸੀਂ ਆਪਣੇ ਗੁਰੂ ਨਾਲ ਗੱਲਾਂ ਕਰਨੀਆਂ ਨੇ ਤਾਂ ਆਪਣੇ ਬੱਚਿਆਂ ਨੂੰ ਪੰਜਾਬੀ ਗੁਰਮੁਖੀ ਜ਼ਰੂਰ ਪੜ੍ਹਾਉਣਾ। ਪਰ ਇਹ ਭੇਦ ਆਪਣੇ ਬੱਚਿਆਂ ਨੂੰ ਦੱਸ ਕੇ ਜਾਣਾ ਕਿ ਪੁੱਤਰ ਸਾਰੀ ਦੁਨੀਆ ਘੁੰਮ ਲਿਓ, ਜੋ ਸੁੱਖ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣਾ ਹੈ ਉਹ ਕਿਸੇ ਪੈਸੇ ਨੇ ਨਹੀਂ ਦੇਣਾ। ਅੱਜ ਕੱਲ੍ਹ ਜਿਹੜੀ ਸ਼ਾਮ ਨੂੰ ਕਥਾ ਚੱਲਦੀ ਉਹਦੇ ਵਿੱਚ ਇਹ ਉਪਦੇਸ਼ ਹੈ ਗੁਰੂ ਰਾਮਦਾਸ ਜੀ ਦਾ। ਬਹੁਤ ਘੱਟ ਦੁਨੀਆ ਜਿਨ੍ਹਾਂ ਨੇ ਪੈਸੇ ਤੋਂ ਸੁੱਖ ਮਾਣਿਆ ਹੈ। ਅਮੂਮਨ ਇਸ ਪੈਸੇ ਨੇ ਲੋਕਾਂ ਨੂੰ ਦੁੱਖ ਦਿੱਤਾ ਹੈ। ਪਹਿਲਾਂ ਕਮਾਉਣ ਲੱਗਿਆਂ ਦੁੱਖ ਦਿੰਦਾ ਹੈ, ਫਿਰ ਸੰਭਾਲਣ ਲੱਗਿਆਂ ਦੁੱਖ ਦਿੰਦਾ ਹੈ, ਫਿਰ ਘਰ ਕੋਈ ਰਿਸ਼ਤੇਦਾਰ ਆ ਜਾਏ ਤੇ ਤਾਂ ਵੀ ਦੁੱਖ ਦਿੰਦਾ ਵੀ ਕਿਤੇ ਪੈਸੇ ਤੇ ਨਹੀਂ ਮੰਗਣ ਆ ਗਏ। ਖੁਸ਼ੀ ਨਹੀਂ ਹੁੰਦੀ, ਆਏ ਰਿਸ਼ਤੇਦਾਰ ਦੀ ਖੁਸ਼ੀ ਨਹੀਂ ਹੁੰਦੀ ਵੀ ਇਹ ਪੈਸੇ ਮੰਗਣ ਆਏ ਹੋਣੇ ਨੇ ਸਾਡੇ ਕੋਲੋਂ। ਜਦੋਂ ਗਰੀਬ ਹੁੰਦੇ ਸੀ ਤੇ ਚਾਅ ਚੜ੍ਹਦਾ ਸੀ ਵੀ ਕੋਈ ਰਿਸ਼ਤੇਦਾਰ ਆਇਆ ਹੈ। ਅਮੀਰੀ ਨੇ ਐਸੇ ਮੱਥੇ ਤੇ ਵੱਟ ਪਾਏ ਨੇ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪਿੱਛੇ ਰਹਿ ਗਈਆਂ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਕੋਈ ਵੀ ਸੇਵਾ ਆਪ ਜੀ ਕਰ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਅਗਲੇ ਸਮੇਂ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮ ਹਰ ਜਾਣੋ ਆਪੇ। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिले चूके सब सोग संतापे। ज्यों बुलावें त्यों बोलें स्वामी, कुदरत कवण हमारी। साध संग नानक जस गायो, जो प्रभ की अत प्यारी। साध संग नानक जस गायो, जो प्रभ की अत प्यारी। जुगो जुग अटल शब्द गुरु। श्री गुरु ग्रंथ साहब जी की पवित्र पावन हजूरी इस इतिहासक अस्थान ते गुरुद्वारा बंगला साहब विखे अमृत वेले तो हाज़री भर रही गुरु प्यारी गुरु सवारी साध संगत जी सतगुरु जी ने बख्शिश की है। तित जाए बहु सत संगति, जिथे हर का हर नाम बिलोईए। ये जो गुरु साहब का संदेश है उसनू समझण हित, कमाउण हित आप जी अमृत वेले तो हाज़री भर रहे हो। मेरे तो पहला आप जी ने गुरु प्यारे कीर्तनिया पासों आसा की वार का शब्द कीर्तन सरवण किया है। उपरंत चल रही लड़ी वार व्याख्या शब्द विचार के अधीन मेरे अजीज सिंह साहब भाई रणजीत सिंह जी पासों आप जी ने अज का पवित्र मुख वाक जो धन गुरु ग्रंथ साहब जी के पावन अंक 88 ते श्री राग के रूप में दर्ज है, सुभायमान है। आप जी ने 13 नंबर पौड़ी के नाल दर्ज 2 श्लोकों का पाठ ते पौड़ी का मूल पाठ सरवण किया है। आओ शब्द विचार नाल जुड़न लई मन बिरतियां नूं इकागर करदिआं एक बारी फतेह सांझी करो। आखो वाहिगुरू जी का खालसा, वाहिगुरू जी की फतेह। सतगुरु पातशाह जी ने कृपा की है। धन गुरु रामदास पातशाह जी का अपना तजर्बा है। कहते जे जीवन के विच आनंद की प्राप्ति करनी, खुशी की प्राप्ति करनी है तो केवल सतगुरु का साथ है, सतगुरु की संगत है, सतगुरु की हजूरी है। आप जी ने इस संबंध में कि सतगुरु कहते किनू है, क्योंकि सानू ये पहचान होनी चाहिए कि सतगुरु किदां दा हुंदा है, सतगुरु की क्वालिटी की है।
ਸਤਿਗੁਰੂ ਕਿਹਨੂੰ ਆਖਿਆ ਜਾਂਦਾ ਹੈ? ਵੱਖ-ਵੱਖ ਥਾਵਾਂ ਦੇ ਉੱਤੇ ਗੁਰੂ ਸਾਹਿਬਾਨ ਨੇ ਕਿਰਪਾ ਕੀਤੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਫਰਮਾਨ ਕਰਦੇ ਨੇ, ਕਹਿੰਦੇ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਸਤਿਗੁਰੂ ਦਾ ਭਾਵ ਜਿਹਦੇ ਕੋਲ ਬੈਠਣ ਦੇ ਨਾਲ ਆਨੰਦ ਦੀ ਪ੍ਰਾਪਤੀ ਹੋ ਜਾਏ, ਦੁੱਖ ਕੱਟੇ ਜਾਣ, ਜੀਵਨ ਵਿੱਚੋਂ ਉਦਾਸੀਆਂ ਦੂਰ ਹੋ ਕੇ ਕੇਵਲ ਖੇੜਾ ਪ੍ਰਾਪਤ ਹੋਵੇ, ਨਾਨਕ ਭਗਤਾਂ ਸਦਾ ਵਿਗਾਸ ਦਾ ਜੀਵਨ ਪ੍ਰਾਪਤ ਹੋਵੇ, ਉਹਨੂੰ ਸਤਿਗੁਰੂ ਕਹਿੰਦੇ। ਜੇ ਆਨੰਦ ਦੀ ਪ੍ਰਾਪਤੀ ਕਰਨੀ ਹੈ, ਜੇ ਖੁਸ਼ੀ ਪ੍ਰਾਪਤ ਕਰਨੀ ਹੈ, ਜੇ ਖੇੜਾ ਪ੍ਰਾਪਤ ਕਰਨਾ ਹੈ, ਤੇ ਸਤਿਗੁਰੂ ਕਹਿੰਦੇ ਵੀ ਇੱਕੋ ਤਰੀਕਾ ਹੈ ਕਿ ਗੁਰੂ ਕੀ ਹਜ਼ੂਰੀ, ਸਤਿਗੁਰੂ ਨਾਲ ਸੰਬੰਧ। ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਸਤਿਗੁਰੂ ਦੇ ਕੋਲ ਬੈਠ ਕੇ ਕੀ ਪ੍ਰਾਪਤ ਹੁੰਦਾ? ਸਾਹਿਬ ਕਹਿੰਦੇ ਮਨ ਕੀ ਦੁਬਿਧਾ ਬਿਨ ਸਜਾਏ। ਜਿਹਦੇ ਕਰਕੇ ਮਨੁੱਖ ਭਟਕਦਾ ਫਿਰਦਾ ਹੈ, ਜਿਹਦੇ ਕਰਕੇ ਖੱਜਲ ਖੁਆਰੀ ਹੁੰਦੀ ਹੈ, ਜਿਹਦੇ ਕਰਕੇ ਜੀਵਨ ਵਿੱਚ ਉਦਾਸੀਆਂ ਦੁੱਖ ਪੈਦਾ ਹੁੰਦੇ ਨੇ, ਜਿਹਨੂੰ ਅਸੀਂ ਦੁਭਾਂਤੀ ਚਾਲ ਕਹਿੰਦੇ ਹਾਂ, ਜਿਹਨੂੰ ਅਸੀਂ ਦੁਬਿਧਾ ਕਹਿੰਦੇ ਹਾਂ, ਜਿਹਨੂੰ ਦੁਫਾੜ ਹੋਇਆ ਮਨ ਆਖਦੇ ਹਾਂ, ਜਿਹੜਾ ਸਾਡੀ ਇਕਾਗਰਤਾ ਨੂੰ ਭੰਗ ਕਰਦਾ ਹੈ। ਸਤਿਗੁਰੂ ਕਹਿੰਦੇ ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਏ। ਤੇ ਹਰੀ ਵਰਗੀ ਪਰਮ ਪਦ ਵੀ ਪ੍ਰਾਪਤ ਹੋ ਜਾਣੀ ਜਿਸ ਮਨੁੱਖ ਨੇ ਸਤਿਗੁਰੂ ਦੀ ਸੰਗਤ ਕੀਤੀ, ਜਿਸ ਮਨੁੱਖ ਨੇ ਸਤਿਗੁਰੂ ਨੂੰ ਧਾਰਨ ਕੀਤਾ। ਸਿਆਣੇ ਕਹਿੰਦੇ ਨੇ, ਜਿਵੇਂ ਅਸੀਂ ਆਮ ਸ਼ਬਦਾਂ ਦੇ ਵਿੱਚ ਜਦੋਂ ਸ਼ਬਦਾਂ ਦੇ ਅਰਥ ਕਰਦੇ ਹਾਂ ਤੇ ਬਜ਼ੁਰਗ ਲੋਕਾਂ ਨੇ ਇੱਕ ਤਰੀਕਾ ਦਿੱਤਾ ਹੈ ਕਿ ਸ਼ਬਦ ਦਾ ਕੇਂਦਰੀ ਭਾਵ ਰਹਾਉ ਦੀ ਪੰਕਤੀ ਹੈ। ਇਵੇਂ 12 ਦੇ ਵਿੱਚ ਜੋ ਪੌੜੀ ਦੀ ਲਾਸਟ ਪੰਕਤੀ ਹੈ ਉਹ ਉਹਦਾ ਕੇਂਦਰੀ ਭਾਵ ਹੈ। ਤੇ ਅੱਜ ਦੇ ਕੇਂਦਰੀ ਭਾਗ ਦੇ ਅੰਦਰ ਸਾਹਿਬ ਕਹਿੰਦੇ ਜਿਤ ਮੁਖ ਭਾਗ ਲਿਖਿਆ ਧੁਰ ਸੱਚ ਹੈ। ਜਿਹਦੇ ਮੁਖ ਦੇ ਉੱਤੇ ਉਸ ਮਾਲਕ ਨੇ ਭਾਗ ਲਿਖ ਦਿੱਤਾ, ਭਾਵ ਇਹ ਕਿਰਪਾ ਕਰ ਦਿੱਤੀ, ਧੁਰ ਤੋਂ ਸਦਾ ਸਥਿਰ ਰਹਿਣ ਵਾਲੇ ਪਰਮਾਤਮਾ ਨੇ ਹਰ ਤਿਤ ਮੁਖ ਨਾਮ ਜਪਾਤੀ। ਹਰੀ ਬਖਸ਼ਿਸ਼ ਕਰਕੇ ਫਿਰ ਉਹਦੇ ਮੁਖ ਤੋਂ ਪ੍ਰਭੂ ਦਾ ਸਿਮਰਨ ਕਰਵਾਉਂਦਾ। ਫਿਰ ਉਹ ਦਿਨ ਰਾਤ ਸਾਥ ਸਾਥ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਆਸ ਅਨਿਤ ਤਿਆਗੋ ਤਰੰਗ, ਸੰਤ ਜਨਾਂ ਕੀ ਧੂਰ ਮਨ ਮੰਗ, ਦਿਨ ਰਾਤੀ ਅਰਾਧੋ ਪਿਆਰੋ ਨਿਮਖ ਨਾ ਕੀਜੈ ਢੀਲਾ। ਆਪਣੇ ਜੀਵਨ ਨੂੰ ਜਿਉਂਦਾ ਹੋ, ਹਰ ਪਲ ਉਹ ਪਰਮਾਤਮਾ ਨੂੰ, ਵਾਹਿਗੁਰੂ ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਜਿਉਂਦਾ। ਪਰ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰ ਕੇ ਵੇਖਦੇ ਹਾਂ ਕਿ ਸਾਨੂੰ ਇਹੋ ਜਿਹਾ ਆਨੰਦ ਕਿਉਂ ਨਹੀਂ ਪ੍ਰਾਪਤ ਹੋ ਰਿਹਾ, ਉਹਦਾ ਕਾਰਨ ਲੱਭਣ ਦਾ ਯਤਨ ਕਰੀਏ, ਜਾਂ ਪੜ੍ਹਿਆਂ ਲਿਖਿਆਂ ਕੋਲ, ਸਿਆਣਿਆਂ ਕੋਲ ਬੈਠਣ ਦਾ ਯਤਨ ਕਰੀਏ, ਸਤਿਗੁਰੂ ਦੇ ਕੋਲ ਬੈਠਣ ਦਾ ਯਤਨ ਕਰੀਏ। ਸਤਿਗੁਰੂ ਕਹਿੰਦੇ ਵੀ ਇਸ ਕਰਕੇ ਨਹੀਂ ਪ੍ਰਾਪਤ ਹੋ ਰਿਹਾ ਕਿਉਂਕਿ ਮਨੁੱਖ ਜਿਵੇਂ ਕਿ ਤੋਂ ਕੱਪੜਾ ਖਰੀਦਦਾ ਬਜਾਜ ਤੋਂ, ਕੋਈ ਹੋਰ ਵਸਤਾਂ ਖਰੀਦਦਾ, ਐਵੇਂ ਧਰਮ ਨੂੰ ਖਰੀਦਣਾ ਚਾਹੁੰਦਾ। ਮਨੁੱਖ ਦੀ ਇਹ ਸੋਚ ਹੈ ਕਿ ਜਿਵੇਂ ਮੈਂ ਆਮ ਵਸਤੂਆਂ ਖਰੀਦਦਾ ਹਾਂ, ਤਿਵੇਂ ਮੇਰੀ ਜ਼ਿੰਦਗੀ ਦੇ ਵਿੱਚ ਜਿਹੜਾ ਧਰਮ ਹੈ, ਜਿਹੜਾ ਨਾਮ ਹੈ, ਜਿਹੜਾ ਸੱਚ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਗੁਰਦੁਆਰਾ ਹੈ, ਮੰਦਿਰ ਹੈ, ਮਸਜਿਦ ਹੈ, ਚਰਚ ਹੈ, ਇਹਨੂੰ ਮੈਂ ਖਰੀਦ ਸਕਦਾ। ਇਹ ਬਹੁਤ ਵੱਡਾ ਭੁਲੇਖਾ ਮਨੁੱਖ ਨੂੰ ਪੈ ਗਿਆ। ਔਰ ਇਸੇ ਕਰਕੇ ਮਨੁੱਖ ਹਰ ਗੱਲ ਨੂੰ ਧਨ ਦੇ ਨਾਲ ਤੋਲਦਾ, ਤੇ ਧਨ ਸਦੀਵੀ ਨਹੀਂ। ਜਿਹੜਾ ਸਦੀਵੀ ਨਹੀਂ ਉਹਦੇ ਵਿੱਚੋਂ ਸਦੀਵੀ ਸੁੱਖ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਕਿਰਪਾਲਤਾ ਕੀਤੀ, ਬਖਸ਼ਿਸ਼ ਕੀਤੀ ਹੈ ਕਿ ਜੇ ਆਪਣੇ ਆਪ ਦੇ ਜੀਵਨ ਦੇ ਵਿੱਚ ਅਸੀਂ ਆਨੰਦ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਾਂ, ਤੇ ਆਨੰਦ ਦੀ ਪ੍ਰਾਪਤੀ ਵਾਸਤੇ ਇੱਕੋ ਇੱਕ ਤਰੀਕਾ ਹੈ ਜੀਵਨ ਦੇ ਵਿੱਚ ਕਿ ਆਪਣੇ ਆਪ ਨੂੰ ਸਮਰਪਿਤ ਕੀਤਾ ਜਾਏ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅਸੀਂ ਜਦੋਂ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਦੇ ਨੁਕਤੇ ਸਾਂਝੇ ਕਰਦੇ ਹਾਂ, ਆ ਜਿਹੜਾ ਜੀਵਨ ਅਸੀਂ ਇਹਨਾਂ ਦਿਨਾਂ ਵਿੱਚ ਵੇਖ ਰਹੇ ਹਾਂ, ਭਾਈ ਉਦੈ ਸਿੰਘ ਜੀ ਦਾ ਜੀਵਨ ਹੈ, ਭਾਈ ਜੈਤਾ ਜੀ ਦਾ ਜੀਵਨ ਹੈ, ਭਾਈ ਬਚਿੱਤਰ ਸਿੰਘ ਜੀ ਦਾ ਜੀਵਨ ਹੈ,
ਪੰਜ ਪਿਆਰਿਆਂ ਦਾ ਜੀਵਨ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਆਪਣੀਆਂ ਕੁਰਬਾਨੀਆਂ ਦਿੰਦੇ। ਉਹ ਕੁਰਬਾਨੀਆਂ ਕਿਸ ਕਾਰਨ ਕਰਕੇ ਦੇ ਰਹੇ ਆ? ਕਿਉਂਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਇਹ ਗੱਲ ਤਸਲੀਮ ਕਰ ਲਈ ਹੈ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਜਿਹੜੇ ਸਿੱਖ ਧਰਮ ਦੇ ਮੋਢੀ ਨੇ। ਔਰ ਕਈ ਵਾਰੀ ਅਸੀਂ ਕਿਉਂਕਿ ਬਾਣੀ ਆਪ ਨਹੀਂ ਪੜ੍ਹਦੇ, ਜਦੋਂ ਅਸੀਂ ਆਪ ਬਾਣੀ ਨਹੀਂ ਪੜ੍ਹਾਂਗੇ ਸਾਨੂੰ ਫਿਰ ਬਾਣੀ ਦੇ ਬਾਰੇ, ਸਰੂਪ ਦੇ ਬਾਰੇ, ਉਹਦੀ ਜਾਣਕਾਰੀ ਦੇ ਬਾਰੇ ਸਾਨੂੰ ਕੀ ਪਤਾ ਲੱਗੇਗਾ। ਕਈ ਵਾਰੀ ਅਸੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਇਹ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ 12 ਤੇ ਵਧੀਕ ਵਿੱਚ ਦਰਜ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਕਿ ਜਿਸ ਵਿਅਕਤੀ ਨੇ, ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਇਹ ਆਨੰਦ, ਇਹ ਭਾਗ ਪ੍ਰਾਪਤ ਕਰਨਾ ਹੈ, ਇਹ ਬਖਸ਼ਿਸ਼ ਦਾ ਪਾਤਰ ਬਣਨਾ ਹੈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਸਿਰ ਤਲੀ ਤੇ ਰੱਖ ਕੇ ਆਵੇ। ਜਦੋਂ ਦੂਸਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰੂ ਬਣਨ ਤੋਂ ਬਾਅਦ ਸ਼ਲੋਕ 63 ਉਚਾਰਨ ਕੀਤੇ ਉਹਨਾਂ ਨੇ। ਔਰ ਉਹਨਾਂ 63 ਸ਼ਲੋਕਾਂ ਦੇ ਵਿੱਚੋਂ ਅਸੀਂ 15 ਸ਼ਲੋਕ ਰੋਜ਼ ਨਿਤਨੇਮ ਕਰਦੇ ਹਾਂ ਆਸਾ ਕੀ ਵਾਰ ਦੇ ਰੂਪ ਦੇ ਵਿੱਚ। ਆਸਾ ਕੀ ਵਾਰ ਦੇ ਟੋਟਲ 59 ਸ਼ਲੋਕ ਨੇ। 44 ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਨੇ ਤੇ 15 ਸ਼ਲੋਕ ਗੁਰੂ ਅੰਗਦ ਪਾਤਸ਼ਾਹ ਜੀ ਦੇ ਨੇ। ਇਸੇ ਰਾਗ ਦੇ ਅੰਦਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਬਖਸ਼ਿਸ਼ ਕੀਤੀ ਹੈ ਨਾ, ਕਿ ਜਿਹਨੇ ਆਪਣੇ ਆਪ ਨੂੰ ਸਤਿਗੁਰੂ ਵਾਲਾ ਕਹਾਣਾ ਹੋਵੇ, ਸਤਿਗੁਰੂ ਵਾਲਾ ਬਣਨਾ ਹੋਵੇ, ਉਹ ਆਪਣੀ ਜ਼ਿੰਦਗੀ ਕਿਵੇਂ ਸਮਰਪਿਤ ਕਰੇ। ਸਾਹਿਬ ਜੀ ਦਾ ਸਭ ਤੋਂ ਪਹਿਲਾ ਸ਼ਲੋਕ ਹੈ, ਜੋ ਸਿਰ ਸਾਈਂ ਨਾ ਨਿਭੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਕਹਿੰਦੇ ਆਪਣੀ ਜ਼ਿੰਦਗੀ ਵਿੱਚ ਜਿਸ ਮਨੁੱਖ ਨੇ ਇਹ ਅਹਿਸਾਸ ਨਹੀਂ ਕੀਤਾ ਆਪਣੇ ਸਤਿਗੁਰੂ ਨਾਲ ਪ੍ਰੀਤ ਪਾਉਣ ਦਾ, ਪ੍ਰੀਤ ਪੈਦਾ ਕਰਨ ਦਾ, ਕਹਿੰਦੇ ਉਹਦਾ ਪਿੰਜਰ ਜਿਹੜਾ ਨਾ, ਸਰੀਰ ਦਾ ਪਿੰਜਰ ਸਾੜ ਦੇਣਾ ਚਾਹੀਦਾ। ਔਰ ਤੁਸੀਂ ਦੇਖੋ ਬਚਨ ਕਿਵੇਂ ਰਲਦੇ ਆ। ਜਦੋਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹੀਏ ਨਾ, ਬਾਬਾ ਫਰੀਦ ਜੀ ਨੇ ਸ਼ਲੋਕ ਉਚਾਰਨ ਕੀਤੇ, ਕਹਿੰਦੇ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲਣਾ ਆਇਓ ਪੰਜੇ ਵਕਤ ਮਸੀਤ। ਮਨ ਨੂੰ ਪ੍ਰੇਰਣਾ ਕੀਤੀ। ਅਸੀਂ ਵੀ ਕਈ ਵਾਰੀ ਅਵੇਸਰੇ ਹੋ ਜਾਂਦੇ ਹਾਂ, ਸਾਨੂੰ ਨਿਤਨੇਮ ਦਾ ਚੇਤਾ ਨਹੀਂ, ਸ਼ਾਮ ਨੂੰ ਸੋਦਰ ਦਾ ਚੇਤਾ ਨਹੀਂ, ਗੁਰੂ ਕੀ ਸੰਗਤ ਵਿੱਚ ਜਾਣ ਦਾ ਟਾਈਮ ਨਹੀਂ। ਧਨ ਦੇ ਕੇ ਅਸੀਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਬਣਾ ਦਿੱਤੀਆਂ, ਸੋਹਣੀਆਂ ਸੋਹਣੀਆਂ ਬਣਾ ਦਿੱਤੀਆਂ, ਸੋਨਾ ਵੀ ਜੜ ਦਿੱਤਾ, ਕਲਸ਼ ਵੀ ਲਾ ਦਿੱਤੇ। ਖਿਮਾ ਕਰਨਾ, ਤੁਸੀਂ ਸਾਰੇ ਪੜ੍ਹੇ ਲਿਖੇ ਬੈਠੇ ਹੋ, ਸਕੂਲ ਦੀ ਬਿਲਡਿੰਗ ਬਣਾਉਣ ਦੇ ਨਾਲ, ਕਾਲਜ ਦੀ ਬਿਲਡਿੰਗ ਬਣਾਉਣ ਦੇ ਨਾਲ ਕੋਈ ਡਾਕਟਰ ਪੈਦਾ ਹੋ ਸਕਦਾ? ਕਿ ਅਸੀਂ 1 ਕਰੋੜ ਰੁਪਇਆ ਬਿਲਡਿੰਗ ਤੇ ਲਾਤਾ, 2 ਕਰੋੜ ਲਾ ਦਿੱਤੇ, ਚੰਗੀ ਬਿਲਡਿੰਗ ਬਣਾ ਦਿੱਤੀ, ਉੱਥੇ ਕੋਈ ਪ੍ਰੋਫੈਸਰ ਪੜ੍ਹਾਉਣ ਵਾਲਾ ਨਾ ਹੋਵੇ, ਪੜ੍ਹਨ ਵਾਲੇ ਨਾ ਹੋਣ, ਜਾਂ ਪੜ੍ਹਨ ਦੀ ਰੁਚੀ ਨਾ ਹੋਵੇ। ਚੰਗੇ ਡਾਕਟਰ ਤੇ ਚੰਗੇ ਇੰਜੀਨੀਅਰ ਕਿਵੇਂ ਪੈਦਾ ਕੀਤੇ ਜਾ ਸਕਦੇ? ਇਵੇਂ ਚੰਗੇ ਵਧੀਆ ਗੁਰਦੁਆਰੇ ਬਣਾਉਣ ਦੇ ਨਾਲ ਚੰਗੇ ਸਿੱਖ ਕਿਵੇਂ ਪੈਦਾ ਹੋ ਸਕਦੇ ਆ? ਜਿਵੇਂ ਇੱਕ ਚੰਗਾ ਡਾਕਟਰ ਪੈਦਾ ਕਰਨ ਵਾਸਤੇ ਉਹਨੂੰ ਮਿਹਨਤ ਕਰਨੀ ਪੈਂਦੀ, ਮੈਡੀਕਲ ਸਾਇੰਸ ਪੜ੍ਹਨੀ ਪੈਂਦੀ ਹੈ, ਦੂਸਰੇ ਨੂੰ ਟੈਕਨੀਕਲੀ ਪੜ੍ਹਨਾ ਪੈਂਦਾ ਹੈ, ਮਕੈਨੀਕਲੀ ਪੜ੍ਹਨਾ ਪੈਂਦਾ ਹੈ। ਤੇ ਧਰਮ ਦੀ ਦੁਨੀਆ ਵਿੱਚ ਜਿਹੜੇ ਲੋਕ ਗੁਰਦੁਆਰੇ ਜਾਣਾ ਹੀ ਨਹੀਂ ਚਾਹੁੰਦੇ ਜਾਂ ਜਾਂਦੇ ਹੀ ਨਹੀਂ, ਕਹਿੰਦੇ ਬਹਾਨਾ ਮਾਰਦੇ ਨੇ ਸਾਡੇ ਕੋਲ ਸਮਾਂ ਹੀ ਨਹੀਂ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਸੀ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕੋਈ ਮੰਦਿਰ ਦੀ ਬਿਲਡਿੰਗ ਬਣਾ ਦੇਵੇ, ਮਸਜਿਦ ਦੀ ਬਣਾ ਦੇਵੇ, ਚਰਚ ਦੀ ਬਣਾ ਦੇਵੇ, ਅਸੀਂ ਗੁਰਦੁਆਰਾ ਵਧੀਆ ਬਣਾ ਲਈਏ। ਚੰਗੇ ਇਨਸਾਨ ਤੇ ਚੰਗੇ ਸਿੱਖ ਤਾਂ ਹੀ ਪੈਦਾ ਹੋ ਸਕਦੇ ਆ ਜੇ ਗੁਰੂ ਕੇ ਉਪਦੇਸ਼ ਦੇ ਉੱਤੇ ਅਮਲ ਕੀਤਾ ਜਾਏ। ਇਸ ਕਰਕੇ ਸਤਿਗੁਰੂ ਦੇ ਸਿਧਾਂਤ ਨੂੰ ਬਾਬਾ ਸ਼ੇਖ ਫਰੀਦ ਜੀ ਕਹਿੰਦੇ, ਫਿਰ ਉਦਮ ਕਰ ਉੱਠ ਫਰੀਦਾ ਉਜੂ ਸਾਜ, ਸੁਬਾ ਨਿਵਾਜ ਗੁਜ਼ਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ।
ਫਿਰ ਤੀਜਾ ਸ਼ਲੋਕ ਉਚਾਰਨ ਕੀਤਾ, ਕਹਿੰਦੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੈ ਹੇਠ ਜਲਾਈਐ ਬਾਲਣ ਸੰਦੈ ਥਾਏ। ਇਹ ਸ਼ਲੋਕ ਗੁਰੂ ਅੰਗਦ ਸਾਹਿਬ ਦੇ ਸਾਹਮਣੇ ਹੋਣੇ ਜਦੋਂ ਬਚਨ ਕੀਤਾ ਆਪ ਜੀ ਨੇ, ਅੱਧੀ ਪੰਕਤੀ ਹੂਬਹੂ ਮਿਲਦੀ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ। ਜਿਨ੍ਹਾਂ ਦੇ ਦੋ ਸ਼ਲੋਕ ਦਰਜ ਨੇ ਇਸ ਪੌੜੀ ਦੇ ਨਾਲ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਜਿਨ੍ਹਾਂ ਦਾ ਬਹੁਤ ਵੱਡਾ ਤਜਰਬਾ ਹੈ ਆਪਣੀ ਜ਼ਿੰਦਗੀ ਦਾ, ਕਿਉਂਕਿ 20 ਸਾਲ ਲਗਾਤਾਰ ਜਾਂਦੇ ਰਹੇ ਉਹ ਕਰਮਕਾਂਡ ਕਰਨ ਵਾਸਤੇ। ਲੇਕਿਨ ਜਦੋਂ ਸਤਿਗੁਰੂ ਦੀ ਸ਼ਰਨ ਪ੍ਰਾਪਤ ਕੀਤੀ ਹੈ ਤੇ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਨ ਤੋਂ ਬਾਅਦ ਜਿਹੜਾ ਰੁਤਬਾ ਪ੍ਰਾਪਤ ਹੋਇਆ ਨਾ, ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ, ਬੜਾ ਵਿਦਿਤ ਹੈ, ਬੜਾ ਸਪਸ਼ਟ ਹੈ, ਬੜਾ ਕਲੀਅਰ ਹੈ। ਘਨ ਹਰ ਬੂੰਦ ਬਸੋ ਰੋਮਾਵਲ, ਕੁਸਮ ਬਸੰਤ ਗਨੰਤ ਨ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ। रुद्र ध्यान ज्ञान सतगुर के कब जन भले, उन्हें जो गावे भले, अमरदास गुण तेरे, तेरी उपमा तोहे बने आवे। अज किहदे कोल अल्फाज ने, किहदे कोल शब्द ने कि उन्हां दी व्याख्या कर सके, लेकिन सतगुरु बड़े ढंग नाल गल खोलदे, कहंदे अपनी जिंदगी च एक काम करना पिया, मैनूं एक गल दी समझ लग गई कि जिन्हें सेवा करनी है ना गुरु की हजूरी च आके, जिन्हें गुरु वाला बनना है, जिन्हें आनंद की प्राप्ति करनी है, वो आ बचन पल्ले बन लवे, नानक सेवक सोई आखी है जो सिर धरे उतार। असी पहला भर के आउंदे हैं, फिर होर भर के बाहर निकलते, परंतु भाव की हंकारी हो के इत्थे आपां कुर्बान करके तुरना पैना। ऐसा सतगुर जे मिले तिसनों सिर सौंपीए, बिचों आप जाए, नानक सेवक सोई आखी है जो सिर धरे उतार। कहते जिन्हें आनंद की प्राप्ति करनी, मेरा तजर्बा है, आनंद दियां 40 पौड़ियां उचारण कीतियां आप जी ने कि जीवन में जिस आनंद नूं मैं लभदा सी ना, उहदा तरीका आ है, आनंद भया मेरी माए सतगुरु मैं पाया। और जिन्हां नूं प्राप्त हो जाएगा, मैं दावे नाल गल करदा, आनंद सुनो बड़ भागी हो, सगल मनोरथ पूरे, पार ब्रह्म प्रभ पाया, उतरे सगल विसूरे। दुख रोग संताप उतरे, सुनी सच्ची बाणी, संत साजन पै सरसे, पूरे गुर ते जानी। किसी नूं भी पढ़ के वेखो, वो एक लैवल के उत्ते गल करदे आ भी नानक सेवक सोई आखी है जो सिर धरे उतार। चौथे पातशाह की जो बारी आउंदी है, धन गुरु रामदास पातशाह अपनी गरीबी वाल, अपने वाल झात मार के जो वेखदे आ ना, तो सतगुरु ने जिहड़े बचन किए गुरु ग्रंथ साहब च दर्ज ने, वो सुभाएमान ने। और सानू एक सिक्ख्या भी असीं अपनी औकात नूं ना भुलीए कदी। जदों वो बख्शिशां करके सानू किसी पदवी ते पहुँचा देवे ना, तो उन्होंने भुलना नहीं चाहिए अपने पिछोकड़ नूं। सतगुरु ने बचन किए, हम जैसे अपराधी अबर कोई राख है, जैसे हम सतगुर राख लिए छड़ाए। मेरे वर्गे गरीब नूं, घुंगणियां बेचण वाले नूं, जिहदे सिर दे उत्ते मां नहीं, पिता नहीं, कोई धन दौलत नहीं, कोई साया नहीं, हे सतगुरु सच्चे पातशाह तुहाडे तो बिना कौन रख सकदा? ये पदवी किहनूं प्राप्त हो सकती, किहदी बख्शिश नाल प्राप्त हो सकती? केवल तेरी बख्शिश होई। अज दुनिया आखदी धन धन रामदास गुर जिन सिरिया तिने सवारिया, पूरी हुई करामात आप सिरजणहारे धारिया, सिखी अते संगती पार ब्रह्म कर नमस्कारिया, नानक तूं लैणा तूं गुर अमर तूं विचारिया, गुर डिठा तां मन साधारिया। लेकिन एक गल कीती सतगुरु ने, कहंदे जदों लाहौर तो संगत आंदी ना, मेरा शरीका आंदा बड़े ताने मारदा है, मेरे रहबर गुरु अमरदास जी नूं भी कोसदा है, ये तो बच्चा सी, न्याणा सी, इहनूं पता नहीं सी, अणजाण सी। ये जवाई दा काम यह है सवेर तो लैके शाम तक टोकरी ढोना, मिट्टी पुट्टनी, आ सेवा ना लथपथ रहना, मिट्टी ना गारे ना लथपथ रहना। तो सतगुरु कहते मैं हाथ जोड़ के खड़ जाना भी सच्चे पातशाह, अब हम चली ठाकुर पहार, जब हम शरण प्रभु की आई, राख प्रभु भावे मार।
ਲੋਕਨ ਕੀ ਚਤੁਰਾਈ ਉਪਮਾ ਤੇ ਵੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ। ਇੱਕ ਜੀਵਨ ਵਿੱਚ ਸਮਰਪਿਤ ਭਾਵਨਾ, ਡੈਡੀਕੇਸ਼ਨ ਆਪਣੇ ਅੰਦਰ ਪੈਦਾ ਕਰਕੇ ਆਪਣੇ ਜੀਵਨ ਦੇ ਵਿੱਚ ਇਹ ਭਾਗ ਪੈਦਾ ਕਰਨਾ, ਆਪਣੇ ਮੁੱਖ ਦੇ ਉੱਤੇ ਚੰਗੀ ਕਿਸਮਤ ਪੈਦਾ ਕਰਨੀ, ਚੰਗੇ ਲੇਖ ਪੈਦਾ ਕਰਨੇ। ਤੇ ਜੇ ਪੰਜਵੇਂ ਗੁਰਦੇਵ ਨੂੰ ਪੁੱਛੋ, ਸਤਿਗੁਰੂ ਕਹਿੰਦੇ ਮੇਰੇ ਭਰਾ ਵੀ ਨੇ, ਮੇਰੇ ਤੋਂ ਵੱਡੇ ਨੇ ਉਹ, ਲੇਕਿਨ ਉਹਨਾਂ ਦੀ ਆਦਤ, ਉਹਨਾਂ ਦਾ ਸੁਭਾਅ ਕਿ ਗੁਰੂ ਘਰ ਦੇ ਉੱਤੇ ਕਬਜ਼ਾ ਕਿਵੇਂ ਕਰਨਾ, ਖਿਮਾ ਕਰਨਾ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਆਦਤ ਹੈ। ਲੜਾਈਆਂ ਝਗੜੇ, ਪੱਗਾਂ ਲੱਥਣੀਆਂ। ਲੇਕਿਨ ਕਹਿੰਦੇ ਮੈਂ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਆਪਣੇ ਗੁਰੂ ਪਿਤਾ ਦੀ ਹਜ਼ੂਰੀ 'ਚ ਧੰਨ ਗੁਰੂ ਅਮਰਦਾਸ ਨਾਨਾ ਗੁਰੂ ਜੀ ਦੀ ਗੋਦੀ 'ਚ ਖੇਡਿਆ ਨਾ, ਮੈਨੂੰ ਇੱਕ ਗੱਲ ਦੀ ਸਮਝ ਲੱਗ ਗਈ ਮਨ ਵਿੱਚ ਹੈ, ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਕਿ ਜਿਹਨੇ ਆਪਣੀ ਜ਼ਿੰਦਗੀ ਵਿੱਚ ਜੀਵਨ ਜਾਚ ਪ੍ਰਾਪਤ ਕਰਨੀ ਹੋਵੇ ਉਹ ਆਪਣਾ ਮਨ ਸਤਿਗੁਰੂ ਦੇ ਕੋਲ ਵੇਚ ਦੇਵੇ। ਬਸ ਮਨ ਵਿੱਚ ਹੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਕਿਉਂਕਿ ਇੱਥੇ ਅਮੀਰੀ ਦੀ ਗੱਲ ਨਹੀਂ ਚੱਲਣੀ, ਧਨ ਦੌਲਤ ਦੀ ਗੱਲ ਨਹੀਂ ਚੱਲਣੀ। ਅਮੀਰ ਜਿਹੜਾ ਗੁਰੂ ਦੇ ਭਾਵ ਵਿੱਚ ਚੱਲੇਗਾ ਉਹਦਾ ਧਨ ਵੀ ਪਵਿੱਤਰ ਹੋਏਗਾ, ਉਹਦਾ ਮਨ ਵੀ ਪਵਿੱਤਰ ਹੋਏਗਾ, ਉਹਦਾ ਤਨ ਵੀ ਪਵਿੱਤਰ ਹੋਏਗਾ। ਇਸ ਧਰਮ ਦੀ ਦੁਨੀਆ ਦੇ ਵਿੱਚ ਧਨ ਦੇ ਨਾਲੋਂ ਤਨ ਤੇ ਮਨ ਦੀ ਕੁਰਬਾਨੀ ਚਾਹੀਦੀ ਹੈ, ਔਰ ਜਿਨ੍ਹਾਂ ਨੇ ਤਨ ਤੇ ਮਨ ਦੀ ਕੁਰਬਾਨੀ ਕੀਤੀ ਨਾ, ਉਹਨਾਂ ਅੰਦਰ ਪ੍ਰੀਤ ਪੈਦਾ ਹੋ ਗਈ। ਸਿਆਣੇ ਉਦਾਹਰਨ ਦਿੰਦੇ ਆ, ਕਹਿੰਦੇ ਤੁਸੀਂ ਚੁੰਬਕ ਲੈ ਕੇ ਨਾ, ਕਿਉਂਕਿ ਪ੍ਰੀਤ ਤਾਂ ਚੁੰਬਕ ਹੈ ਨਾ, ਮੈਗਨੇਟ ਹੈ, ਚੁੰਬਕ ਦੇ ਕੋਲ ਸੋਨਾ ਰੱਖ ਦਿਓ, ਬਹੁਤ ਵੈਲਿਊ ਉਹਦੀ, ਬੜੀ ਪਾਇਆ, ਬੜੀ ਕੀਮਤ ਹੈ। ਉਹ ਹੰਕਾਰੀ, ਕਿਉਂਕਿ ਉਹ ਸਜਾਵਟ ਵਾਸਤੇ ਵਰਤਿਆ ਜਾਣਾ, ਲੈਣ ਦੇਣ ਵਾਸਤੇ ਵਰਤਿਆ ਜਾਣਾ। ਧਾਤਨ ਮੈਂ ਧਾਤ ਅਤ ਕਨਕ, ਕਨਕ ਅਤ ਉੱਤਮ ਕੈ ਮਾਨ ਹੈ। ਕਨਕ ਸੋਨਾ ਜਿਹੜਾ ਨਾ, ਧਾਤਨ ਮੈਂ ਕਨਕ ਅਤ ਉੱਤਮ ਕੈ ਮਾਨ ਹੈ, ਸਾਰੀਆਂ ਧਾਤੂਆਂ ਵਿੱਚੋਂ, ਕਿਉਂਕਿ ਇਹਦੇ ਨਾਲ ਲੈਣ ਦੇਣ ਹੁੰਦਾ, ਸਜਾਵਟ ਹੁੰਦੀ ਹੈ। ਲੇਕਿਨ ਤੁਸੀਂ ਚੁੰਬਕ ਦੇ ਕੋਲ ਸੋਨਾ ਰੱਖੋਗੇ, ਉਹ ਖਿੱਚਿਆ ਨਹੀਂ ਜਾਏਗਾ, ਕਿਉਂਕਿ ਉਹਦੇ ਅੰਦਰ ਪ੍ਰੀਤ ਨਹੀਂ। ਉਹ ਖਿੱਚ ਨਹੀਂ ਕਿ ਚੁੰਬਕ ਨੂੰ ਆਪੇ ਵੱਲ ਖਿੱਚੇ, ਲੇਕਿਨ ਉਹਦੀ ਥਾਂ ਤੇ ਲੋਹਾ ਰੱਖੋ। ਹੁਣ ਲੋਹਾ ਤਾਂ ਬਹੁਤ ਘੱਟ ਕੀਮਤ ਦਾ ਹੈ, ਲੇਕਿਨ ਉਹਦੇ 'ਚ ਖਿੱਚ ਹੋਣ ਕਰਕੇ ਚੁੰਬਕ ਇੱਕਦਮ ਖਿੱਚਿਆ ਜਾ ਰਿਹਾ। ਹੁਣ ਇੱਕ ਪਾਸੇ ਮਲਕ ਭਾਗੋ ਬ੍ਰਹਮ ਭੋਜ ਕਰ ਰਿਹਾ, ਲੋਕਾਂ ਨਾਲ ਠੱਗੀ ਮਾਰ ਕੇ, ਲੁੱਟ ਖਸੁੱਟ ਕਰਕੇ, ਲੋਕਾਂ ਦਾ ਲਹੂ ਪੀ ਕੇ, ਤੇ ਗੁਰੂ ਨਾਨਕ ਸਾਹਿਬ ਜੀ ਨੂੰ ਖਿੱਚਣਾ ਚਾਹੁੰਦਾ ਜ਼ਬਰਦਸਤੀ, ਲੇਕਿਨ ਨਹੀਂ ਖਿੱਚ ਪੈ ਸਕਦੀ। ਸਤਿਗੁਰੂ ਕੋਈ ਪਰਵਾਹ ਨਹੀਂ ਕਰਦੇ। ਦੂਜੇ ਪਾਸੇ ਜਿਹਦੇ ਅੰਦਰ ਪ੍ਰੀਤ ਹੈ ਨਾ, ਉਧਰ ਨੂੰ ਖਿੱਚੇ ਚਲੇ ਜਾ ਰਹੇ। ਸਤਿਗੁਰੂ ਪਾਤਸ਼ਾਹ ਜੀ ਭਾਈ ਲਾਲੋ ਜੀ ਨੂੰ ਜਾ ਕੇ ਨਵਾਜਦੇ, ਕਹਿੰਦੇ ਮੇਰਾ ਤਾਂ ਧਰਮ ਹੀ ਹੈ, ਕਹਿੰਦਾ ਜਿੱਥੇ ਨੀਚ ਸੰਭਾਲੀਆਂ ਤੇ ਨਦਰ ਤੇਰੀ ਬਖਸ਼ਿਸ਼। ਲੋਹੇ ਦੀ ਕੀਮਤ ਭਾਵੇਂ ਘੱਟ ਹੈ, ਲੇਕਿਨ ਉਹਦੇ ਅੰਦਰ ਪ੍ਰੀਤ, ਉਹਦੇ ਅੰਦਰ ਖਿੱਚ, ਦੇਖਣ ਨੂੰ ਧਨ ਕਰਕੇ ਬਹੁਤ ਨੀਚਾ ਹੈ, ਬਹੁਤ ਨੀਵਾਂ ਹੈ। ਭਾਈ ਲਾਲੋ ਜਦੋਂ ਕਬੀਰ ਸਾਹਿਬ ਜੀ ਨੇ ਬਚਨ ਕੀਤੇ ਨਾ, ਸ਼ਬਦ ਉਚਾਰਨ ਕੀਤਾ ਮਾਰੂ ਰਾਗ ਦੇ ਅੰਦਰ, ਗਗਨ ਦਮਾਮਾ ਬਾਜੇ ਉੱਪਰ ਉਹ ਨਿਸ਼ਾਨਾ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਾਬੂ ਨਾ ਛਾੜਿਆ ਖੇਤ। ਇਹ ਤੋਂ ਪਹਿਲਾ ਸ਼ਬਦ ਪੜੋ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਵ ਬੇਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ। ਇੱਕ ਪਾਸੇ ਉਹ ਬੰਦਾ ਜਿਹੜਾ ਧਨ ਦਾ ਇੰਨਾ ਵਿਖਾਵਾ ਕਰਦਾ ਕਿ ਮੇਰੀ ਮੇਰੀ ਕੈਰੋਂ ਕਰਤੇ ਦੁਰਜੋਧਨ ਸੇ ਭਾਈ, 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਹੰਕਾਰੀ ਹੋਣ ਕਰਕੇ ਉਧਰ ਨਹੀਂ, ਖਿੱਚ ਕਿੱਧਰ ਪੈ ਰਹੀ ਹੈ? ਝੌਂਪੜੀ ਦੇ ਵਿੱਚ ਬੈਠੇ ਮਨੁੱਖ ਦੀ ਖਿੱਚ ਪੈ ਰਹੀ ਹੈ। ਸਤਿਗੁਰੂ ਕਹਿੰਦੇ ਜਿਹਨੇ ਸੂਰਮਾ ਬਣਨਾ, ਕਿਉਂਕਿ ਐਡੀਟਿੰਗ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ ਨਾ, ਸੈਟਿੰਗ ਗੁਰੂ ਅਰਜਨ ਪਾਤਸ਼ਾਹ ਜੀ ਨੇ ਕੀਤੀ ਹੈ। ਇਹ ਸੰਪਾਦਨਾ ਕਰਨ ਵੇਲੇ ਸ਼ਬਦਾਂ ਦੀ ਸੈਟਿੰਗ ਦੇਖੋ ਕਮਾਲ ਦੀ। ਭਈ ਜਿਹਨੇ ਸੂਰਮਾ ਬਣਨਾ ਨਾ, ਉਹ ਪਹਿਲਾਂ ਗਰੀਬ ਦੀ ਬਾਹ ਫੜੇ, ਗਰੀਬ ਦੇ ਨਾਲ ਖੜੇ। ਜਿਹੜਾ ਧਨ ਤੋਂ ਹੀਣਾ, ਅਕਲ ਕਰਕੇ ਹੀਣਾ ਹੈ, ਜ਼ਾਤ ਕਰਕੇ ਹੀਣਾ ਹੈ, ਕਿਸੇ ਪੱਖ ਤੋਂ ਨੀਵਾਂ ਹੈ, ਔਰ ਜਿਹੜਾ ਉਹਦੀ ਸੰਭਾਲ ਕਰੇਗਾ, ਕਹਿੰਦੇ ਮੈਂ ਗਰੰਟੀ ਨਾਲ ਕਹਿੰਦਾ ਵੀ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ਿਸ਼। ਕਿਸੇ ਨੂੰ ਪੜ੍ਹਾਈ ਦਾ ਪ੍ਰਬੰਧ ਕਰ ਦਿਓ, ਕੱਪੜਿਆਂ ਦਾ ਪ੍ਰਬੰਧ ਕਰ ਦਿਓ, ਦਵਾਈ ਦਾ ਪ੍ਰਬੰਧ ਕਰ ਦਿਓ, ਹਸਪੀਟਲ ਚੁੱਕ ਕੇ ਲੈ ਕੇ ਜਾਣ ਦਾ ਪ੍ਰਬੰਧ ਕਰ ਦਿਓ, ਉਹਦੀਆਂ ਬਖਸ਼ਿਸ਼ਾਂ। ਕਿਉਂਕਿ ਮੈਂ ਨਹੀਂ ਕਹਿ ਰਿਹਾ, ਤੁਸੀਂ ਨਹੀਂ ਕਹਿ ਰਹੇ,
ਕੇਵਲ ਸਤਿਗੁਰੂ ਕਹਿੰਦੇ ਇੱਕੋ ਤਰੀਕਾ ਉਹਦੀ ਬਖਸ਼ਿਸ਼ ਦੇ ਪਾਤਰ ਬਣਨ ਦਾ ਕਿ ਨੀਚਾ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੇ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਤੇ ਖਿੱਚ ਕਿੱਥੇ ਪੈਰੀ ਕ੍ਰਿਸ਼ਨ ਜੀ ਦੀ। ਦੇਖੋ ਮਿੱਥ ਦਾ ਪੋਜ਼ਿਟਿਵ ਕਿਵੇਂ ਲੈ ਰਹੇ ਗੁਰੂ ਸਾਹਿਬ, ਦੂਜਿਆਂ ਦੇ ਧਰਮ ਵਿੱਚੋਂ ਪੋਜ਼ਿਟਿਵ ਪੱਖ ਕੱਢ ਕੇ ਕਿਵੇਂ ਜੀਵਨ ਜਾਂਚ ਦੇਣੀ। ਅੱਜ ਅਸੀਂ ਹਰ ਗੱਲ ਨੂੰ ਨਕਾਰਨਾ ਚਾਹੁੰਦੇ ਹਾਂ, ਕਿਸੇ ਵੀ ਗੱਲ ਦਾ ਪੋਜ਼ਿਟਿਵ ਪੱਖ ਦੇਖੋ। ਸਾਨੂੰ ਗੁਣਕਾਰੀ ਹੋਣ ਦਾ ਮਾਣ ਬਖਸ਼ਿਸ਼ ਕੀਤਾ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਗੁਣਾਂ ਦੀ ਸਾਂਝ ਕਰੋ, ਗੁਣ ਪੈਦਾ ਕਰੋ, ਦੂਜਿਆਂ ਤੋਂ ਗੁਣ ਲਾਓ। ਰਾਜਨ ਕੌਣ ਤੁਮਾਰੇ ਆਵੇ ਐਸੋ ਭਾਉ, ਬਿਦਰ ਕੋ ਦੇਖਿਓ ਉਹ ਗਰੀਬ ਮੋਹੇ ਭਾਵੇ, ਹਾਸੀ ਦੇਖ ਭਰਮ ਤੇ ਭੂਲਾ, ਸ਼੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ, ਬਿਦਰ ਕੋ ਪਾਨੋ ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਹਿੰਦੇ ਜਿਸ ਤਰ੍ਹਾਂ ਇਹ ਗੱਲ ਆਪਾਂ ਪੜ੍ਹਦੇ ਨਾ, ਕਹਿੰਦੇ ਜਦੋਂ ਆਪਣੇ ਸਾਹਿਬ ਵੱਲ ਮੈਂ ਆਪਣੇ ਰੱਬ ਵੱਲ ਧਿਆਨ ਮਾਰ ਕੇ ਦੇਖਦਾ, ਕਬੀਰ ਸਾਹਿਬ ਕਹਿੰਦੇ ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜ਼ਾਤ ਨਾ ਕਾਹੂ ਕੀ ਮਾਨੀ। ਮੇਰੀ ਜ਼ਾਤ ਵੀ ਕਹਿੰਦੇ ਇਦਾਂ ਦੀ ਸੀ ਨਾ, ਕਬੀਰ ਮੇਰੀ ਜ਼ਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਹ ਜ਼ਾਤ ਕੋ ਜੇ ਜਪਿਓ ਸਿਰਜਨਹਾਰ। ਇਸ ਸ਼ਬਦ ਤੋਂ ਬਾਅਦ ਫਿਰ ਕਬੀਰ ਸਾਹਿਬ ਜੀ ਦਾ ਸ਼ਬਦ ਦਰਜ ਕੀਤਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਾਬੂ ਨਾ ਛਾੜੈ ਖੇਤ। ਜਿਹਨੇ ਸੂਰਮਾ ਬਣਨਾ, ਹੰਕਾਰੀ ਸੂਰਮਾ ਨਹੀਂ। ਸੂਰਮੇ ਦਾ ਪਹਿਲਾ ਕਦਮ, ਉਹਦਾ ਪਹਿਲਾ ਸਟੈਪ ਕੀ ਹੈ? ਫਸਟ ਸਟੈਪ, ਨਾਨਕ ਸੋ ਸੂਰਾ ਬਰੀਆਮ, ਜਿਨ ਵਿੱਚੋਂ ਦੁਸ਼ਟ ਅੰਕਰਨ ਮਾਰਿਆ। ਲੋਕੀ ਤਲਵਾਰ ਚੁੱਕਦੇ ਕਬਜ਼ੇ ਕਰਨ ਵਾਸਤੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 14 ਜੰਗਾਂ ਲੜੀਆਂ। ਕਿਸੇ ਜੰਗ ਵਿੱਚ ਹੈ ਕਿਤੇ ਫਲਾਣੀ ਥਾਂ ਤੇ ਕਬਜ਼ਾ ਕਰਨਾ। ਜਿਹੜੇ ਚੜ ਕੇ ਆਉਂਦੇ ਨੇ ਉਹ ਕਬਜ਼ਾ ਕਰਨ ਵਾਸਤੇ ਆਉਂਦੇ ਅਨੰਦਪੁਰ ਸਾਹਿਬ ਨੂੰ, ਘੇਰਾਬੰਦੀ ਕਰਦੇ, ਕਬਜ਼ਾ ਕਰਨ ਵਾਸਤੇ ਕਰਦੇ ਹੈ। ਲੇਕਿਨ ਸਤਿਗੁਰੂ ਸਰਬੱਤ ਦੇ ਭਲੇ ਵਾਸਤੇ। ਕੋਈ ਐਸੀ ਦੁਨੀਆ ਦਾ ਹੋ ਸਕਦਾ ਕਮਾਂਡਰ ਜਿਹੜਾ ਇਹ ਪ੍ਰਬੰਧ ਕਰੇ, ਜਦੋਂ ਲੋਕ ਰਿਪੋਰਟ ਕਰਦੇ ਆ ਕੇ ਅਸੀਂ ਮਾਰਦੇ ਹਾਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਜੂਝਦੇ ਹਾਂ, ਇਹ ਉਹਨੂੰ ਪਾਣੀ ਪਿਲਾਉਂਦਾ। ਸਤਿਗੁਰੂ ਕਹਿੰਦੇ ਮਰਮ ਪੱਟੀ ਵੀ ਕਰਿਆ ਕਰ। ਅੱਜ ਇਹਨੂੰ ਰੈੱਡ ਕਰਾਸ ਕਹਿੰਦੇ ਆਪਾਂ, ਇਹਦੀ ਆਰੰਭਤਾ ਕਿਹਨੇ ਕੀਤੀ ਹੈ? ਇਹ ਪੱਖ ਤਾਂ ਅਸੀਂ ਰੱਖੇ ਹੀ ਨਹੀਂ ਸੰਸਾਰ ਦੇ ਸਾਹਮਣੇ। ਅਸੀਂ ਕਰਾਮਾਤੀ ਸਿਸਟਮ ਹੋਰ ਪਤਾ ਨਹੀਂ ਕੀ ਉਹ ਸਾਹਮਣੇ ਲਿਆ ਕੇ ਉਜਾਗਰ ਕਰਦੇ ਹਾਂ। ਲੇਕਿਨ ਜੋ ਪੱਖ ਅੱਜ ਸੰਸਾਰ ਦੇਖਦਾ ਹੈ, ਅੱਜ ਸੰਸਾਰ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ, ਉਹ ਤਾਂ ਸਤਿਗੁਰੂ ਨੇ ਪਹਿਲਾਂ ਹੀ ਸ਼ੁਰੂ ਕੀਤੇ ਨੇ। ਸਾਡਾ ਗੁਰੂ ਹੀ ਇੰਟਰਨੈਸ਼ਨਲ ਲੈਵਲ ਦਾ, ਕਿਉਂਕਿ ਸਾਡਾ ਗੁਰੂ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲੈ ਮਿਲਾਏ ਜੀਓ, ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਇਸ ਕਰਕੇ ਆਪਣੀ ਜ਼ਿੰਦਗੀ ਵਿੱਚ ਜਿਹਨੇ ਆਨੰਦ ਦੀ ਪ੍ਰਾਪਤੀ ਕਰਨੀ, ਜਿਹਨੇ ਸੁੱਖ ਦੀ ਪ੍ਰਾਪਤੀ ਕਰਨੀ, ਸਤਿਗੁਰੂ ਕਹਿੰਦੇ ਫਿਰ ਆਪਣੇ ਜੀਵਨ ਦੇ ਵਿੱਚ ਉਹ ਇਹ ਗੱਲ ਪੱਲੇ ਬੰਨ ਲਵੇ, ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ। ਉਹ ਭਾਗ ਕਿਵੇਂ ਜਾਗਣਾ ਨਾ, ਹੁਣ ਉਹਦੀ ਵਿਆਖਿਆ ਇੱਕ ਇੱਕ ਪੰਕਤੀ ਦੇ ਨਾਲ ਕਰਨਗੇ। ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਜਾਂ ਸਤਿਗੁਰੂ ਸਾਂਝੀ ਕਰਨ, ਜਿਤ ਮੁਖ ਭਾਗ ਲਿਖਿਆ ਧੁਰ ਸੱਚ ਹੈ, ਹਰ ਤਿਤ ਮੁਖ ਨਾਮ ਜਪਾਤੀ। ਉਹ ਭਾਗ ਕਿਵੇਂ ਚਮਕਣਾ, ਹੁਣ ਉਹਦਾ ਤਰੀਕਾ ਕੀ ਹੈ? ਹੁਣ ਲੜੀਵਾਰ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰ ਰਹੇ, ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਏ। ਪਹਿਲਾ ਸਟੈਪ ਉਹਦਾ ਵੀ ਆਪਣਾ ਸਿਰ ਗੁਰੂ ਨੂੰ ਅਰਪਣ ਕਰ ਦੇਵੇ। ਰਾਗੀ ਸਿੰਘ ਗਾਇਨ ਕਰ ਰਹੇ ਸੀ ਨਾ, ਜੋ ਤੋ ਸਾਧ ਪੇ ਰਾਮ ਕੀ ਸੀਸ ਕੋ ਕਾਟ ਕਰ ਗੋਏ। ਜਿਵੇਂ ਖਿੱਦੋ ਖੁੰਡੀ ਖੇਡਦੇ ਨਾ ਲੋਕ, ਬੱਚੇ ਖੇਡਦੇ ਆ, ਗੇਂਦ ਖਿਲਰ ਜਾਂਦੀ ਹੈ, ਕਹਿੰਦੇ ਆਪਣੇ ਆਪ ਨੂੰ ਇਸ ਤਰ੍ਹਾਂ ਬਣਾ। ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਸੋ ਹੋਏ। ਜਿਹੜੇ ਨਸ਼ਾਈਏ ਨੇ ਨਾ, ਉਹ ਜੋ ਹਾਲ ਖੇਡਦੇ ਆ, ਉਹਨੂੰ ਆਪੀ ਸੁੱਧ ਭੁੱਲ ਜਾਂਦੀ ਆਪਣੀ। ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸੋ ਸਿਰ ਲੇਖੇ ਲਾਏ, ਆਪਣੇ ਸਿਰ ਨੂੰ ਲੇਖੇ ਲਾ ਦੇਵੇ। ਇਹ ਗੱਲ ਨੂੰ ਸਮਝ ਲੈ, ਤ੍ਰਿਗ ਸਿਰ ਜੋ ਨਾ ਨਿਵੈ ਗੁਰ ਲੱਗੈ ਨਾ ਚਰਣੀ। ਜੇ ਤੇਰਾ ਸਿਰ ਗੁਰੂ ਦੇ ਚਰਨਾਂ 'ਚ ਨਾ ਚੁੱਕਿਆ ਨਾ, ਪਤਾ ਨਹੀਂ ਅਸੀਂ ਕਿੱਥੇ ਕਿੱਥੇ ਝੁਕਾਉਂਦੇ ਫਿਰਦੇ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਝੁਕਣ ਵਾਲਾ ਹੋਰ ਕਿਤੇ ਨਹੀਂ ਝੁਕੇਗਾ, ਕਿਉਂਕਿ ਉਹਦੇ ਅੰਦਰ ਪੈ ਕਾਹੂ ਕੋ ਦੇਤ ਨੈ ਪੈ ਮਨ ਧਿਆਨ ਕੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਵਖਾਨ। ਆਪਣੀ ਜ਼ਿੰਦਗੀ 'ਚ ਉਹ ਆਪਣੇ ਸਿਰ ਨੂੰ ਝੁਕਾਏਗਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ। ਤ੍ਰਿਗ ਸਿਰ ਜੋ ਨਾ ਨਿਵੈ ਗੁਰ ਲੱਗੈ ਨਾ ਚਰਨੀ, ਤ੍ਰਿਗ ਲੋਇਣ ਗੁਰ ਦਰਸ ਬਿਨ ਵੇਖੈ ਪਰ ਤਰਨੀ।
ਇਹ ਨੇਤਰ ਕਾਹਦੇ ਵਾਸਤੇ ਪ੍ਰਾਪਤ ਹੋਏ? ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਾਨੂੰ ਹਰ ਬਸ਼ਰ ਵਿੱਚੋਂ ਉਹਦੀ ਜੋਤ ਨਜ਼ਰ ਆਵੇ। ਲੋਕ ਆਰਤੀ ਉਤਾਰਦੇ ਸੀ ਨਾ ਜਗਨਨਾਥਪੁਰੀ ਦੇ ਵਿੱਚ, ਸਤਿਗੁਰੂ ਕਹਿੰਦੇ ਆਰਤੀ ਦਾ ਭਾਵ ਹੈ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ। ਤ੍ਰਿਗ ਸ਼ਰਵਣ ਉਪਦੇਸ਼ ਵਿਣ, ਸੁਣ ਸੁਰਤ ਨਾ ਧਰਨੀ। ਤੇਰੇ ਕੰਨ ਕਿਸੇ ਅਰਥ ਨਹੀਂ, ਜੇਕਰ ਤੇ ਇੱਕ ਕੰਨ ਤੋਂ ਸੁਣਿਆ ਤੇ ਦੂਜੇ ਪਾਸੇ ਕੱਢ ਦਿੱਤੇ। ਅਸੀਂ ਜਾਂਦੇ ਆ ਉੱਥੇ ਰੁਮਾਲੇ ਕਿੱਦਾਂ ਦੇ ਸੀ, ਚੱਕਰ ਕਿੱਦਾਂ ਦੇ ਸੀ, ਸੋਨੇ ਦਾ ਕਲਸ਼ ਕਿੱਦਾਂ ਦਾ ਸੀ, ਹੋਰ ਕੀ ਸੀ, ਲੰਗਰ 'ਚ ਕੀ ਬਣਿਆ ਸੀ, ਸਭ ਕੁਝ ਚੇਤੇ ਹੁੰਦਾ। ਜੇ ਕੋਈ ਪੁੱਛ ਲਵੇ ਹੁਕਮਨਾਮਾ ਕਿਹੜਾ ਆਇਆ ਸੀ, ਕੀਰਤੀਆਂ ਨੇ ਸ਼ਬਦ ਕਿਹੜਾ ਪੜ੍ਹਿਆ ਸੀ। ਸਾਡੀ ਹਾਲਤ ਬਹੁਤਿਆਂ ਦੀ ਮੇਰੇ ਸਮੇਤ ਇਦਾਂ ਦੀ ਹੈ ਨਾ ਵੀ ਇੱਕ ਪਾਸੇ ਸੁਣਿਆ ਤੇ ਕੱਢ ਦਿੱਤਾ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲਾਗੇ, ਜਿਉਂ ਬਾਂਸ ਵਜਾਈਐ ਫੂਕ। ਇਸ ਕਰਕੇ ਸਤਿਗੁਰੂ ਕਹਿੰਦੇ ਵੀ ਆਪਣੀ ਜੀਵਨ ਦੇ ਵਿੱਚ ਭਾਈ ਗੁਰਦਾਸ ਜੀ ਸਿੱਖਿਆ ਦੇ ਰਹੇ ਹੈ, ਤ੍ਰਿਗ ਸ਼ਰਵਣ ਉਪਦੇਸ਼ ਬਿਨ, ਸੁਣ ਸੁਰਤ ਨਾ ਧਰਨੀ। ਤ੍ਰਿਗ ਜੇਵਾ ਗੁਰ ਸ਼ਬਦ ਬਿਨ, ਸ਼ਬਦ ਤੋਂ ਬਿਨਾਂ ਅਸੀਂ ਹੋਰ ਕੁਝ ਜਪੀ ਜਾਂਦੇ ਹਾਂ। ਆ ਸਾਨੂੰ ਚੇਤਾ ਹੀ ਨਹੀਂ ਵੀ ਗੁਰੂ ਦਾ ਸ਼ਬਦ ਹੈ, ਕਿਹਦਾ ਸ਼ਬਦ ਹੈ ਇਹ, ਸਾਨੂੰ ਇਹ ਵੀ ਪਹਿਚਾਣ ਨੇ। ਮੈਂ ਕਈ ਵਾਰੀ ਬੇਨਤੀ ਕਰਦਾ ਵੀ ਆਪਣੇ ਕਾਰਡ ਚੁੱਕ ਕੇ ਦੇਖੋ, ਵਿਆਹ ਸ਼ਾਦੀਆਂ ਦੇ ਸਤਿਗੁਰ ਦਾਤੇ ਕਾਦਰ ਚ ਆਇਆ, ਆਪਣੀ ਮਿਹਰ ਕਰਾਈ, ਕਿਤੇ ਗੁਰੂ ਗ੍ਰੰਥ ਸਾਹਿਬ 'ਚ ਲੱਭੇਗੀ ਪੰਕਤੀ? ਹੈ ਹੀ ਨਹੀਂ। ਲੇਕਿਨ ਬਹੁਤਾਤ 95% ਲੋਕ ਲਿਖਦੇ ਆ। ਔਰ ਇਹਦੇ ਨਾਲ ਅਸੀਂ ਕੌਰ ਵੀ ਉਡਾ ਦਿੱਤਾ, ਸਿੰਘ ਵੀ ਉਡਾ ਦਿੱਤਾ, ਜਾਤ ਦੀ ਪੂਛ ਪਿੱਛੇ ਜ਼ਰੂਰ ਲਾ ਦਿੱਤੇ। ਖਿਮਾ ਕਰਨਾ, ਮੈਨੂੰ ਹੁਣ ਪਤਾ ਹੀ ਨਹੀਂ ਲੱਗਦਾ ਮੁੰਡਾ ਕਿਹੜਾ ਤੇ ਕੁੜੀ ਕਿਹੜੀ ਹੈ, ਮੇਲ ਕਿਹੜਾ ਤੇ ਫੀਮੇਲ ਕਿਹੜਾ ਹੈ। ਕਿਉਂਕਿ ਨਰਿੰਦਰ ਕੌਰ ਵੀ ਹੋ ਸਕਦੀ, ਨਰਿੰਦਰ ਸਿੰਘ ਵੀ ਹੋ ਸਕਦਾ। ਨਰਿੰਦਰ ਕੌਰ ਤੋਂ ਪਤਾ ਲੱਗਦਾ ਵੀ ਬੱਚੀ ਹੈ, ਨਰਿੰਦਰ ਸਿੰਘ ਤੋਂ ਪਤਾ ਲੱਗਦਾ ਬੱਚਾ ਹੈ। ਅਸੀਂ ਦੂਜਿਆਂ ਨੂੰ ਉਲਾਂਭੇ ਦਿੰਦੇ ਹਾਂ, ਸਾਡੀ ਹੋਂਦ ਨੂੰ ਖਾ ਰਹੇ ਹੈ, ਅਸੀਂ ਤਾਂ ਆਪਣੇ ਜਿਹੜੀ ਆਪ ਤੇਲ ਦੇ ਰਹੇ ਹਾਂ। ਇਸ ਕਰਕੇ ਇਹਨਾਂ ਗੱਲਾਂ ਦਾ ਖਿਆਲ ਕਰੋ। ਆਪਣੀ ਹੋਂਦ ਨੂੰ, ਆਪਣੇ ਐਗਜ਼ਿਸਟੈਂਸ ਹੋਣ ਵਾਸਤੇ ਸੰਸਾਰ ਦੇ ਵਿੱਚ ਨਾ, ਐਗਜ਼ਿਸਟ ਹੋਣ ਵਾਸਤੇ ਯਤਨ ਕਰੋ ਕਿ ਆਪਣੇ ਨਾਂ ਨਾਲ ਕੌਰ ਤੇ ਸਿੰਘ ਲਿਖੋ, ਲਿਖਾਓ। ਜੇ ਕੋਈ ਨਹੀਂ ਲਿਖਣਾ ਚਾਹੁੰਦਾ ਕਹਿੰਦੇ ਲਿਖ, ਇੱਥੇ ਕੌਰ ਨਾਲ ਲਿਖ, ਸਿੰਘ ਨਾਲ ਲਿਖ, ਮੇਰਾ ਨਾਂ ਇਹ ਹੈ। ਜੇ ਅਸੀਂ ਆਪਣੀ ਹੋਂਦ ਬਰਕਰਾਰ ਰੱਖਣੀ ਹੈ ਤੇ ਸਤਿਗੁਰੂ ਕਹਿੰਦੇ ਇਹ ਆਪਣੇ ਜੀਵਨ ਦੇ ਵਿੱਚ ਜਿਹੜਾ ਮਨੁੱਖ ਇਸ ਗੱਲ ਨੂੰ ਸਮਝ ਲਵੇ, ਉਹ ਫਿਰ ਸੋਚਦਾ ਵੀ ਤ੍ਰਿਗ ਜੇਵਾ ਗੁਰ ਸ਼ਬਦ ਬਿਨ, ਹੋਰ ਮੰਤਰ ਸਿਮਰਨੀ। ਮੰਤਰ ਦਾ ਅਰਥ ਹੁੰਦਾ ਸਲਾਹ। ਮੰਤਰ ਤੋਂ ਸ਼ਬਦ ਬਣਿਆ ਮੰਤਰੀ, ਸਲਾਹਕਾਰ। ਮੰਤਰ ਦਾ ਅਰਥ ਇਹ ਥੋੜ੍ਹੀ ਕੋਈ ਰੈਪੀਟੇਸ਼ਨ ਕਰੀ ਜਾਣਾ। ਤੇ ਗੁਰੂ ਦਾ ਮੰਤਰ ਕਿਹੜਾ ਹੈ? ਗੁਰਬਾਣੀ। ਇਸੇ ਕਰਕੇ ਗੁਰੂ ਦੇ ਮੰਤਰ ਦੇ ਨਾਲ ਜੁੜਨ ਵਾਸਤੇ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਰੱਬ ਦੇ ਸਿਮਰਨ ਨਾਲ ਉਹਨੂੰ ਵਾਹ ਵਾਹ ਕਹਿਣ ਵਾਸਤੇ ਸਾਨੂੰ ਬਾਣੀ ਤੋਂ ਸੋਝੀ ਪ੍ਰਾਪਤ ਹੋਣੀ ਹੈ। ਤੇ ਜਿਹੜਾ ਮਨੁੱਖ ਆਪਣੀ ਜ਼ੁਬਾਨ ਦੇ ਨਾਲ ਹੋਰ ਕੁਝ ਹੀ ਬੋਲੀ ਜਾਂਦਾ ਹੈ, ਹੋਰ ਕੁਝ ਹੀ ਆਖੀ ਜਾਂਦਾ ਹੈ, ਝੂਠ ਫਰੇਬ ਆਖੀ ਜਾਂਦਾ ਹੈ, ਭਾਈ ਗੁਰਦਾਸ ਜੀ ਕਹਿੰਦੇ ਤ੍ਰਿਗ ਜੇਵਾ ਗੁਰ ਸ਼ਬਦ ਬਿਨ, ਹੋਰ ਮੰਤਰ ਸਿਮਰਣੀ। ਬਿਨ ਸੇਵਾ ਤ੍ਰਿਗ ਹੱਥ ਪੈਰ, ਹੋਰ ਨਿਫਲ ਕਰਨੀ। ਪੀਰ ਮਰੀਦਾਂ ਪਿਰਹੜੀ ਸੁਖ ਸਤਿਗੁਰ ਸ਼ਰਣੀ। ਜਿਹੜੇ ਪੀਰ ਤੇ ਮਰੀਦ ਦਾ ਸਾਂਝ ਹੈ ਨਾ, ਉਹ ਐਡੀ ਪਿਰਹੜੀ ਵਾਲੇ ਨੇ, ਐਡੇ ਪਿਆਰ ਵਾਲੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਸੁੱਖ ਮੰਗਦੇ ਹੋ, ਇੱਥੋਂ ਸੁੱਖ ਪ੍ਰਾਪਤ ਕਰਦੇ ਆ। ਭਾਈ ਵੀਰ ਸਿੰਘ ਕਹਿੰਦੇ ਜਦੋਂ ਮੈਂ ਪ੍ਰੀਤ ਪਾਣ ਦੀ ਗੱਲ ਕਰਦਾ ਨਾ, ਮੈਂ ਦੇਖਦਾ ਕਹਿੰਦੇ ਮੈਂ ਪੁੰਨਿਆਂ ਦਾ ਚੰਨ ਵੇਖਦਾ, ਚੜ੍ਹਦਾ ਹੈ, ਪੂਰਾ ਹੋ ਜਾਂਦਾ, ਫਿਰ ਘਟ ਜਾਂਦਾ ਹੈ। ਜਦੋਂ ਕਿਤੇ ਫੁੱਲ ਦੀਆਂ ਡੋਡੀਆਂ ਵੇਖਦਾ, ਕਹਿੰਦੇ ਅੱਧ ਖਿੜੇ ਫੁੱਲ ਨੂੰ ਕੋਈ ਨਹੀਂ ਤੋੜਦਾ। ਜਦੋਂ ਖਿੜਿਆ ਹੋਵੇ ਨਾ, ਲੋਕੀ ਜਾ ਕੇ ਮੰਦਿਰਾਂ ਚੜਾਉਂਦੇ, ਕੋਈ ਗੁਰਦੁਆਰੇ ਚੜਾਉਂਦਾ ਹੈ। ਆਪ ਜੀ ਨੇ ਬਚਨ ਕੀਤੇ ਪ੍ਰੀਤ ਪ੍ਰਤੀ, ਚੰਨ ਪੁੰਨਿਆਂ ਨੂੰ ਹੱਸ ਹੱਸ ਚੜ੍ਹਦਾ, ਫਿਰ ਘਟੇ ਤੇ ਰੋਵੇ। ਚੰਨ ਪੁੰਨਿਆਂ ਨੂੰ ਹੱਸ ਹੱਸ ਚੜ੍ਹਦਾ, ਫੇਰ ਘਟੇ ਤੇ ਰੋਵੇ। ਅੱਧ ਖਿੜਿਆ ਫੁੱਲ ਕੋਈ ਨਾ ਤੋੜੇ, ਖਿੜਿਆ ਹਰ ਕੋਈ ਤੋੜੇ। ਪੂਰੀ ਸ਼ੈ ਨੂੰ ਡਰ ਘਾਟੇ ਦਾ ਡਰਨਾ ਅੱਧੀ ਤਾਈ। ਪੂਰੀ ਸ਼ੈ ਨੂੰ ਡਰ ਘਾਟੇ ਦਾ ਡਰਨਾ ਅੱਧੀ ਤਾਈ। ਰੱਬਾ ਪਿਆਰ ਤੇਰੇ ਦੀ ਮੰਜ਼ਿਲ ਪੂਰੀ ਕਦੇ ਨਾ ਹੋਵੇ। ਇਹ ਅਮੁੱਕ ਮੰਜ਼ਿਲ ਜਿਹੜੀ ਹੈ ਨਾ, ਹਰ ਰੋਜ਼ ਨਵਾਂ ਪਿਆਰ ਹੋਵੇ। ਤੇ ਉਹਦਾ ਤਰੀਕਾ ਕੀ ਕਹਿੰਦੇ ਸਤਿਗੁਰੂ ਕਹਿੰਦੇ, ਪਹਿਲਾਂ ਤਾਂ ਸਿਰ ਲੇਖੇ ਲਾਏ,
ਨੰਬਰ 2 ਦੇ ਉੱਤੇ ਵਿੱਚੋਂ ਆਪ ਗਵਾਏ ਕੈ, ਆਪਣਾ ਆਪ ਵਿੱਚੋਂ ਗਵਾ ਕੇ ਹੰਕਾਰ ਨੂੰ ਦੂਰ ਕਰਕੇ ਆਪਾ ਦੂਰ ਕਰਕੇ ਸੱਚ ਰਹਿਣ ਸੱਚ ਲਿਵ ਲਾਏ। ਉਹ ਹਮੇਸ਼ਾ ਸੱਚ ਵਿੱਚ ਸਦਾ ਥਿਰ ਪ੍ਰਭੂ ਦੇ ਵਿੱਚ ਆਪਣੀ ਲਿਵ ਜੋੜ ਕੇ ਰੱਖਦੇ ਨੇ। ਉਹਨਾਂ ਨੂੰ ਪ੍ਰਤੀਤ ਹੋ ਜਾਂਦਾ ਸੱਚ ਹੀ ਲਿਵੈ ਬਿਨ ਦਿਨ ਮਾਣੀ ਲਿਵੈ ਬਾਝੋ ਕਿਆ ਕਰੇ ਵਿਚਾਰੀ ਆ। ਫਿਰ ਉਹ ਆਪਣੀ ਜ਼ਿੰਦਗੀ 'ਚ ਸਤਿਗੁਰੂ ਜਿਨੀ ਨਾ ਸੇਵਿਓ ਤੇ ਨਾ ਬਿਰਥਾ ਜਨਮ ਗਵਾਏ। ਉਹਨਾਂ ਨੂੰ ਸੋਝੀ ਆ ਗਈ ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਨਹੀਂ ਨਾ ਕੀਤੀ। ਸਤਿਗੁਰੂ ਦੀ ਸੇਵਾ ਰੁਮਾਲੇ ਪੁਸ਼ਾਕੇ ਦੇ ਕੇ ਵੀ ਲੋਕ ਕਰਦੇ ਆ, ਝਾੜੂ ਫੇਰ ਕੇ ਵੀ ਕਰਦੇ ਆ, ਲੰਗਰ ਵਿੱਚ ਜਾ ਕੇ ਵੀ ਸੇਵਾ ਕਰਦੇ ਆ, ਲੇਕਿਨ ਸਭ ਤੋਂ ਵਧੀਆ ਸੇਵਾ ਗੁਰ ਸੇਵਾ, ਗੁਰ ਸ਼ਬਦ ਵਿਚਾਰ, ਗੁਰੂ ਦੇ ਸ਼ਬਦ ਨੂੰ ਵਿਚਾਰਨਾ। ਕਿਉਂਕਿ ਗੁਰੂ ਦੇ ਸਨਮੁਖ ਹੋਣ ਦਾ 3 ਨੁਕਤੇ ਨੇ। ਪਹਿਲੇ ਨੰਬਰ ਦੇ ਉੱਤੇ ਗੁਰੂ ਦੀ ਆਗਿਆ ਨੂੰ, ਗੁਰੂ ਦੇ ਹੁਕਮ ਨੂੰ ਇਕਾਗਰ ਚਿੱਤ ਹੋ ਕੇ ਸੁਣਨਾ। ਉਸ ਆਗਿਆ ਦੇ ਅਨੁਸਾਰ ਨੰਬਰ 2 ਦੇ ਉੱਤੇ ਆਪਣਾ ਵਿਵਹਾਰ ਪੈਦਾ ਕਰਨਾ, ਕਰਮ ਪੈਦਾ ਕਰਨਾ। ਨੰਬਰ 3 ਦੇ ਉੱਤੇ ਕੀਤੇ ਹੋਏ ਕਰਮ ਦੇ ਅਨੁਸਾਰ, ਜਿਹੜਾ ਕਰਮ ਸਾਡਾ ਸਤਿਗੁਰੂ ਦੇ ਅਨੁਸਾਰ ਹੋ ਗਿਆ, ਫਿਰ ਮੁੱਖ ਉਜਲਾ ਲੈ ਕੇ ਜਾਣਾ। ਇਹ 3 ਨੁਕਤੇ ਸਾਨੂੰ ਅਪਣਾਉਣੇ ਪੈਣਗੇ ਜੇ ਸਤਿਗੁਰੂ ਦੀ ਸਨਮੁਖਤਾ ਚਾਹੁੰਦੇ ਆ, ਬੇਮੁਖਤਾ ਤੋਂ ਬਚਣਾ ਚਾਹੁੰਦੇ ਆ। ਕਿਉਂਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਤਿਗੁਰੂ ਜਿਨੀ ਨਾ ਸੇਵਿਓ ਤਿਨਾ ਬਿਰਥਾ ਜਨਮ ਗਵਾਏ। ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਸਤਿਗੁਰੂ ਕਹਿੰਦੇ ਵੀ ਹੇ ਨਾਨਕ, ਜੋ ਉਹਨੂੰ ਚੰਗਾ ਲੱਗਦਾ ਨਾ ਉਹ ਪੈਦਾ ਉਹਨੇ ਕੀਤਾ, ਉਹੀ ਕਰ ਰਿਹਾ ਹੈ। ਕਿਸੇ ਦੇ ਬਾਰੇ ਕੁਝ ਆਖਿਆ ਨਹੀਂ ਜਾ ਸਕਦਾ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਕਿਵੇਂ ਆਖਾਂਗੇ ਫਲਾਨਾ ਫਲਾਨਾ ਹੈ, ਧਿਮਕੜਾ ਹੈ? ਆਪਣੇ ਅੰਦਰ ਝਾਤ ਮਾਰ ਕੇ ਵੇਖੀਏ। ਦੇਖੋ ਸੰਸਾਰ ਦੇ ਅੰਦਰ ਉਹਨੇ ਰਚਨਾ ਕੀਤੀ ਨਾ, ਉਸ ਰਚਨਾ ਦੇ ਵਿੱਚ ਅਸੰਖ ਜਪ ਵਾਲੇ ਵੀ ਪੈਦਾ ਕੀਤੇ। ਪੌੜੀਆਂ ਦੇਖੋ ਤੁਸੀਂ ਸੀਰੀਅਲ ਵਾਈਜ਼ ਜਪਜੀ ਸਾਹਿਬ ਦੀਆਂ। ਪਹਿਲਾਂ ਸੁਣਨ ਦੀ ਗੱਲ ਕੀਤੀ, ਫਿਰ ਮੰਨਣ ਵਾਲਿਆਂ ਦੀ ਗੱਲ ਕੀਤੀ, ਜਿਨ੍ਹਾਂ ਨੇ ਮੰਨ ਲਿਆ 5 ਪ੍ਰਵਾਨ ਦੀ ਗੱਲ ਕੀਤੀ। ਫਿਰ ਸਤਿਗੁਰੂ ਕਹਿੰਦੇ ਇਹੋ ਜਿਹੀ ਕੈਟੇਗਰੀ ਵੀ ਉਹਨੇ ਪੈਦਾ ਕੀਤੀ, ਅਸੰਖ ਜਪ ਅਸੰਖ ਪਾਓ, ਜਿਹਨਾਂ ਦੀ ਅਣਗਿਣਤ ਗਿਣਤੀ ਕੀਤੀ ਨਹੀਂ ਜਾ ਸਕਦੀ, ਅਣਗਿਣਤ, ਜਿੱਥੇ ਸੰਖਿਆ ਮੁੱਕ ਜਾਂਦੀ ਹੈ। ਪਰ ਕਹਿੰਦੇ ਦੁਨੀਆ ਦੇ ਲੋਕੋ ਖਿਆਲ ਕਰਿਓ, ਉਹ ਲੋਕ ਵੀ ਅਸੰਖ ਹੀ ਪੈਦਾ ਕੀਤੇ ਨੇ ਜਿਹੜੇ ਮੂਰਖ ਨੇ। ਉਹ ਤੁਹਾਡੇ ਕਲਾਸਮੇਟ ਨੇ, ਉਹ ਤੁਹਾਡੇ ਰੂਮਮੇਟ ਨੇ, ਉਹ ਵਰਲਡਮੇਟ ਨੇ। ਉਹਨਾਂ ਨੂੰ ਪੂਰਾ ਹੱਕ ਹੈ ਜੀਵਨ ਦਾ, ਤੁਸੀਂ ਉਹਨਾਂ ਦੀ ਵਿਰੋਧਤਾ ਨਹੀਂ ਕਰ ਸਕਦੇ। ਉਹਨਾਂ ਨੂੰ ਚੰਗੇ ਬਣਾਉਣ ਦਾ ਯਤਨ ਕਰੋ, ਚੰਗਿਆਈ ਦੇਣ ਦਾ ਯਤਨ ਕਰੋ, ਲੇਕਿਨ ਨਫ਼ਰਤ ਦੀ ਭਾਵਨਾ ਨਹੀਂ ਤੁਸੀਂ ਦੇਖ ਸਕਦੇ, ਕਿਉਂਕਿ ਇਹ ਰੱਬ ਦੀ ਰਚਨਾ ਹੈ। ਔਰ ਦੇਖੋ ਕਮਾਲ ਦੀ ਗੱਲ ਕਿ ਜਦੋਂ ਅਸੰਖ ਮੂਰਖ ਅੰਧਕੋਰ ਦੀ ਪੌੜੀ ਉਚਾਰਨ ਕੀਤੀ ਨਾ, ਉਹਨਾਂ ਨੂੰ ਰਲ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਹੇਠਾਂ ਜਾ ਕੇ ਕਿਹਾ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਰਚਨਾ ਉਹਦੀ ਹੈ। ਬੁਰਾ ਭਲਾ ਕੋ ਕਿਸ ਨੂੰ ਕਹੀਏ, ਸਗਲੇ ਜੀ ਤੁਮਾਰੇ। ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਨਾਨਕ ਜੋ ਤਿਸ ਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹਿਲਾ ਤੀਜਾ, ਮਨ ਵਿਕਾਰੀ ਵਿਹੜਿਆ ਬੇਕਾਰਾ ਕਰਮ ਕਮਾਏ। ਜਿਹਦਾ ਮਨ ਵਿਕਾਰਾਂ ਵਿੱਚ ਘਿਰਿਆ ਹੋਇਆ, ਵਿਹੜਿਆ ਹੋਇਆ, ਲਿਬੜਿਆ ਹੋਇਆ, ਉਹ ਬੇਕਾਰ ਹੀ ਕਰਮ ਕਰਦਾ ਹੈ। ਦੂਜੇ ਭਾਏ ਅਗਿਆਨੀ ਪੂਜਦੇ, ਦਰਗਾਹ ਮਿਲੇ ਸਜਾਏ। ਦੂਜੇ ਭਾਵ ਵਿੱਚ ਮਾਇਆ ਵਾਲੇ ਪਾਸੇ ਲੱਗ ਕੇ, ਪਦਾਰਥਾਂ ਵਾਲੇ ਪਾਸੇ ਲੱਗ ਕੇ, ਧਨ ਦੌਲਤ ਵਾਲੇ ਪਾਸੇ ਲੱਗ ਕੇ, ਦੁਨੀਆਦਾਰੀ ਦੇ ਪਿੱਛੇ ਲੱਗ ਕੇ ਉਹ ਪੂਜਾ ਕਰਦੇ ਆ। ਅਗਿਆਨਤਾ ਵਿੱਚ ਕਹਿੰਦੇ ਅਸੀਂ ਪੂਜਾ ਕਰਦੇ ਆ। ਫਿਰ ਉਹ ਕੀ ਕਰਨਗੇ? ਉਹ ਦੁੱਧ ਲੈ ਕੇ ਆਉਣਗੇ, ਪਾਣੀ ਨਾਲ ਇਸ਼ਨਾਨ ਕਰਵਾਉਣਗੇ, ਚੰਦਨ ਦੀ ਗੱਲ ਕਰਨਗੇ, ਧੂਪ ਬੱਤੀ ਕਰਨਗੇ। ਭਗਤ ਰਵਿਦਾਸ ਜੀ ਦੇ ਸਾਹਮਣੇ ਜਦੋਂ ਇਹ ਚਰਚਾ ਆਈ ਨਾ, ਆਪ ਜੀ ਨੇ ਬਚਨ ਕੀਤਾ ਗੁਜਰੀ ਰਾਗ ਦੇ ਅੰਦਰ, ਦੁੱਧ ਤਾਂ ਬਸ਼ਰੈ ਥਨੋ ਬੇਟਾਰਿਓ। ਦੁੱਧ ਤਾਂ ਝੂਠਾ ਕਰਤਾ ਬੱਚੇ ਨੇ, ਤੇ ਬੱਚੇ ਦੇ ਅੰਦਰ ਤਾਂ ਤੂੰ ਬੈਠਾ ਪਹਿਲਾਂ ਹੀ ਪੀ ਗਿਆ, ਕਿਉਂਕਿ ਉਹਦੇ ਅੰਦਰ ਜੋਤ ਤੇਰੀ ਹੈ। ਮੈਂ ਝੂਠਾ ਥੋੜੀ ਅਰਪਣ ਕਰਨਾ। ਫੂਲ ਭਵਰ ਜਲ ਮੀਨ ਵਿਗਾਰਿਓ, ਮਾਈ ਗੋਬਿੰਦ ਪੂਜਾ ਕਹਾ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ। ਮੈਂ ਲਾਗਰ ਬੇਰੇ ਹੈ ਭਿਅੰਗਾ, ਬਿਖ ਅੰਮ੍ਰਿਤ ਬਸਾਂ ਇੱਕ ਸੰਗਾ। ਚੰਦਨ ਜਿਹੜਾ ਸੱਪਾਂ ਨੇ ਕੋਬਰਿਆਂ ਨੇ ਚੜ ਚੜ ਕੇ ਝੂਠਾ ਕੀਤਾ ਪਿਆ, ਜ਼ਹਿਰੀਲਾ ਕੀਤਾ ਪਿਆ, ਤੈਨੂੰ ਲਿਆ ਕੇ ਤਿਲਕ ਲਾਵਾਂ। ਮੈਂ ਲਾਗਰ ਬੇਰੇ ਹੈ ਭਿਅੰਗਾ, ਬਿਖ ਅੰਮ੍ਰਿਤ ਬਸਾਂ ਇੱਕ ਸੰਗਾ। ਧੂਪ ਦੀਪ ਨਹੀਂ ਵੇਦਾਂ ਬਾਸਾ, ਜਿਹੜਾ ਧੂਪ ਨੂੰ ਜਗਾ ਰਿਹਾ ਹੈ, ਸੁਗੰਧੀ ਤਾਂ ਉਹ ਪਹਿਲੇ ਲੱਗਿਆ। ਉਹਦੇ ਅੰਦਰ ਪੰਡਤ ਦੇ ਅੰਦਰ ਬੈਠਾ, ਤੂੰ ਪਹਿਲੇ ਹੀ ਅਸੁਗੰਧੀ ਲੈ ਚੁੱਕਾ, ਮੈਂ ਕੀ ਅਰਪਣ ਕਰਨਾ ਹੈ? ਧੂਪ ਦੀਪ ਨਹੀਂ ਵੇਦਾਂ ਬਾਸਾ, ਕੈਸੇ ਪੂਜ ਕਰੇ ਤੇਰੀ ਦਾਸਾ। ਫਿਰ ਇੱਕ ਨਤੀਜੇ ਤੇ ਪਹੁੰਚੇ, ਕਹਿੰਦੇ ਤਨ ਮਨ ਅਰਪੋਂ ਪੂਜ ਚੜਾਵੋਂ, ਗੁਰ ਪ੍ਰਸਾਦ ਨਰੰਜਨ ਪਾਵੋਂ।
ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਜੇ ਕਿਤੇ ਦੁਨੀਆਦਾਰੀ ਦੇ ਪਿੱਛੇ ਲੱਗ ਕੇ ਕਰਨਾ ਹੁੰਦਾ ਨਾ, ਮੇਰੀ ਗਤੀ ਨਹੀਂ ਸੀ ਹੋਣੀ, ਮੈਂ ਨਹੀਂ ਸੀ ਕਰਨਾ ਇਹ ਕੰਮ। ਤੇ ਅਸੀਂ ਲੱਗੇ ਪਏ ਆ ਭੇਡ ਚਾਲ ਦੇ ਵਿੱਚ, ਸਵੇਰ ਤੋਂ ਲੈ ਕੇ ਸ਼ਾਮ ਤੱਕ। ਜਿਨ੍ਹਾਂ ਨੂੰ ਸਮੱਤ ਦਿੱਤੀ ਸੀ ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੈ ਪੂਜ ਨਾ ਹੋਏ। ਪੂਜਾ ਅਕਾਲ ਕੀ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪੂਜਾ ਅਕਾਲ ਦਾ ਭਾਵ ਰੱਬ ਦੇ ਪ੍ਰਤੀ ਸਾਡਾ ਫਰਜ਼ ਕੀ ਹੈ, ਉਹਦੀ ਹਜ਼ੂਰੀ ਨੂੰ ਹਰ ਥਾਂ ਤੇ ਮੰਨਣਾ, ਨੂੰ ਹਾਜ਼ਰ ਨਾਜ਼ਰ ਸਮਝਣਾ। ਫਿਰ ਦੂਜਿਆਂ ਵਿੱਚੋਂ ਵੀ ਉਹਦੀ ਜੋਤ ਦਾ ਪ੍ਰਕਾਸ਼ ਵੇਖਣਾ, ਦੂਜਿਆਂ ਵਿੱਚੋਂ ਉਹਦੇ ਦਰਸ਼ਨ ਕਰਨੇ। ਨਹੀਂ ਤਾਂ ਕਹਿੰਦੇ ਸਤਿਗੁਰੂ ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ। ਕਹਿੰਦੇ ਦਰਗਾਹ ਦੇ ਵਿੱਚ ਫਿਰ ਸਜ਼ਾ ਦੇ ਭਾਗੀ ਬਣਨਾ। ਆਤਮ ਦਿਓ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ। ਆਤਮ ਦਿਓ ਦਾ ਭਾਵ ਜਿਹੜਾ ਸਾਡੀ ਆਤਮਾ ਨੂੰ ਚਾਨਣ ਦੇਣ ਵਾਲਾ, ਰੋਸ਼ਨੀ ਦੇਣ ਵਾਲਾ, ਜਿਹਨੇ ਸਾਡੇ ਅੰਦਰ ਆਤਮਾ ਆਪਣੀ ਰੱਖੀ ਹੈ, ਆਪਣਾ ਹਿੱਸਾ ਅੰਸ਼ ਰੱਖੀ ਹੈ, ਉਹਨੂੰ ਪੂਜੀਏ। ਪਰ ਇਹਦੀ ਸੋਝੀ ਕਹਿੰਦੇ ਸਤਿਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੁੰਦੀ। ਬਿਨ ਸਤਿਗੁਰ ਬੂਝ ਨਾ ਪਾਏ। ਬੂਝ ਦਾ ਅਰਥ ਹੈ ਸਮਝ। ਜਪ ਤਪ ਸੰਜਮ ਭਾਣਾ ਸਤਿਗੁਰੂ ਕਾ। ਸਤਿਗੁਰੂ ਦੇ ਭਾਣੇ ਨੂੰ ਮੰਨਣਾ, ਇਹੀ ਸਾਡਾ ਜਪ, ਇਹੀ ਸਾਡਾ ਤਪ, ਇਹੀ ਸੰਜਮ। ਕਹਿਣ ਤੋਂ ਭਾਵ ਜਪ ਤਪ ਸੰਜਮ ਸਭ ਕੁਝ ਇਸ ਵਿੱਚ ਆ ਜਾਂਦਾ ਜਦੋਂ ਰੱਬ ਦੇ ਭਾਣੇ ਵਿੱਚ ਬੰਦਾ ਤੇਰਾ ਕੀਆ ਮੀਠਾ ਲੱਗੈ, ਹਰਨਾਮ ਪਦਾਰਥ ਨਾਨਕ ਮੰਗੈ। ਕੋਈ ਹੋ ਸਕਦਾ ਇਹੋ ਜਿਹਾ ਰੱਬ ਦਾ ਪਿਆਰਾ? ਸਾਹਮਣੇ ਅਜੀਤ ਸਿੰਘ ਦੀ ਲਾਸ਼ ਪਈ ਹੋਵੇ, ਜੁਝਾਰ ਸਿੰਘ ਦੀ ਲਾਸ਼ ਪਈ ਹੋਵੇ, ਗਰੀਬ ਤੋਂ ਗਰੀਬ ਬੰਦਾ ਵੀ ਨਾ ਮੰਗ ਕੇ ਵੀ ਕਫਨ ਪਾ ਕੇ ਜਾਂਦਾ ਹੈ। ਸਿੱਖੋ, ਕੁਝ ਹੋਸ਼ ਕਰੋ। ਜਦੋਂ ਨਾਈ ਦੀ ਦੁਕਾਨ ਤੇ ਬਹਿੰਦੇ ਮੇਰੇ ਬੇਟੇ ਜਾ ਕੇ, ਬੱਚੇ ਜਾ ਕੇ ਨਾ, ਸਾਡੀਆਂ ਬੱਚੀਆਂ ਜਾ ਕੇ ਧਿਆਨ ਕਰਿਆ ਕਰੋ ਚਮਕੌਰ ਵੱਲ ਨੂੰ, ਜਰਾ ਸਰਹੰਦੀਆਂ ਨੀਹਾਂ ਵੱਲ ਧਿਆਨ ਮਾਰਿਆ ਕਰੋ, ਜਿੱਥੇ ਜਾ ਕੇ ਉਹਨਾਂ ਨੇ ਆਪਣਾ ਆਪ ਚੁਣਾਇਆ। ਕੋਈ ਦੁਨੀਆ ਦਾ ਐਸਾ ਹੋ ਸਕਦਾ ਹੈ ਰਹਿਬਰ ਜਿਹੜਾ ਆਪਣੇ ਪੁੱਤਰਾਂ ਦੀਆਂ ਲਾਸ਼ਾਂ ਛੱਡ ਕੇ ਜਾਵੇ? ਇਸ ਕਰਕੇ ਸਤਿਗੁਰੂ ਕਹਿੰਦੇ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ। ਇਹ ਬਖਸ਼ਿਸ਼ ਸਾਡੇ ਤੇ ਜਦੋਂ ਕਰੇਗਾ ਨਾ, ਸਾਨੂੰ ਤਾਂ ਸਮਝ ਲੱਗਣੀ। ਕਰਮੀ ਦਾ ਭਾਵ ਕਰਮ ਦੁਆਰਾ, ਰਹਿਮਤ ਦੁਆਰਾ, ਉਹਦੀ ਬਖਸ਼ਿਸ਼ ਦੁਆਰਾ ਸਾਡੇ ਪੱਲੇ ਪੈਣੀ ਗੱਲ ਕਿ ਸਾਡਾ ਬਾਪੂ, ਸਾਡਾ ਕਲਗੀਧਰ ਪਿਤਾ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ ਕਿੱਡਾ ਵੱਡਾ ਨਾਅਰਾ ਮਾਰ ਕੇ ਗਿਆ, ਇਨ ਪੁੱਤਰਨ ਕੇ ਸੀਸ ਪੈ ਬਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਮੇਲੇ ਅਸੀਂ ਹਰ ਸਾਲ ਮਨਾਉਂਦੇ ਹਾਂ, ਕਰਦੇ ਹਾਂ, ਲੇਕਿਨ ਤੁਰਦੇ ਹਾਂ, ਗੁਰੂ ਦੀ ਗੱਲ ਨੂੰ ਮੰਨਦੇ ਹਾਂ ਕਿ ਉੱਥੋਂ ਨਿਕਲ ਕੇ ਆਪਾਂ ਹੋਰ ਪਾਸੇ ਤੁਰੇ ਫਿਰਦੇ ਹਾਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਬਚਨ ਕੀਤਾ, ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਇਹ ਨਾਨਕ ਸੇਵਾ ਕਮਾਉਣੀ ਤੇ ਸੁਰਤ ਜੋੜ ਕੇ ਜਿਹੜਾ ਕਮਾ ਲੈਂਦਾ ਨਾ, ਫਿਰ ਉਹ ਹਰੀ ਨੂੰ ਭਾ ਜਾਂਦਾ ਹੈ ਤੇ ਉਹ ਪ੍ਰਮਾਤਮਾ ਦੇ ਦਰ ਦੇ ਉੱਤੇ, ਪ੍ਰਭੂ ਦੇ ਚਰਨਾਂ ਵਿੱਚ ਥਾਂ ਪ੍ਰਾਪਤ ਕਰ ਲੈਂਦਾ ਹੈ। ਫਿਰ ਉਹਨੂੰ ਕਿਸੇ ਤਰ੍ਹਾਂ ਦਾ ਭੌ ਡਰ, ਕੋਈ ਲਾਲਸਾ, ਕਵਨ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦਉ ਰਾਧੇ, ਹਮ ਕਾਹੂ ਕੀ ਕਾਣ ਨਾ ਕਰਤੇ ਆਪਣੇ ਗੁਰ ਪ੍ਰਸਾਦੇ, ਅਬ ਤੋ ਜਾਇ ਚੜੇ ਸਿੰਘਾਸਨ ਮੇਰੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੈ ਪਛਾਨੀ। ਪੌੜੀ ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਸਤਿਗੁਰੂ ਨਸੀਹਤ ਕਰ ਰਹੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਜੇ ਜਪਣਾ ਨਾ ਤਾਂ ਹਰੀ ਦਾ ਨਾਮ ਜਪੋ। ਜਿਗਿਆਸੂ ਪੁੱਛਦਾ ਉਹਦੇ ਨਾਲ ਕੀ ਹੋਣ ਲੱਗਾ? ਸਤਿਗੁਰੂ ਕਹਿੰਦੇ ਪਤਾ ਕੀ ਹੋਣਾ? ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਦਿਨ ਰਾਤ ਤੁਹਾਡਾ ਜੀਵਨ ਸੁਖੀ ਹੋ ਜਾਣਾ। ਤੁਹਾਡੇ ਸਿਰ ਤੇ ਆਰਾ ਵੀ ਚੱਲਿਆ ਨਾ, ਤੁਹਾਨੂੰ ਦੁੱਖ ਨਹੀਂ ਮਹਿਸੂਸ ਹੋਏਗਾ। ਤੁਹਾਡਾ ਬੰਦ ਕੱਟਿਆ ਗਿਆ, ਤੁਸੀਂ ਦੁਖੀ ਨਹੀਂ ਹੋਵੋਗੇ। ਤੁਹਾਨੂੰ ਦੁਖੀ ਕਰਨ ਦਾ ਯਤਨ ਕਰਨਗੇ, ਲੇਕਿਨ ਤੁਸੀਂ ਹਰ ਵੇਲੇ ਸੁੱਖ ਦਾ ਆਨੰਦ ਮਾਣੋਗੇ, ਆਨੰਦ ਵਿੱਚ ਜੀਵਨ ਬਤੀਤ ਕਰੋਗੇ। ਸਤਿਗੁਰੂ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨਿਆਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ, ਜਿਤ ਸਦਾ ਸੁਖ ਹੋਵੇ ਦਿਨ ਰਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਸਿਮਰਤ ਸਭ ਕਿਲ ਵਿਖ ਪਾਪ ਲਹਾਤੀ। ਕਹਿੰਦੇ ਉਹ ਨਾਮ ਜਪੋ, ਪ੍ਰਮਾਤਮਾ ਦਾ ਸਿਮਰਨ ਕਰੋ, ਹੁਕਮ ਵਿੱਚ ਚੱਲੋ, ਜਿਹਦਾ ਸਿਮਰਨ ਕਰਨ ਦੇ ਨਾਲ ਹਰ ਤਰ੍ਹਾਂ ਦਾ ਪਾਪ ਕਿਲ ਵਿਖ ਲੈ ਜਾਂਦਾ ਹੈ, ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ। ਕਿਤੇ ਜਾਓਗੇ, ਕੋਈ ਕਹਿੰਦਾ 7 ਪਾਪ ਮਾਫ ਹੋਣਗੇ, ਦੂਜਾ ਕਹਿੰਦਾ 10 ਹੋਣਗੇ, 70 ਹੋਣਗੇ, ਲੇਕਿਨ ਜਦੋਂ ਗੁਰੂ ਕੋਲ ਆ ਜਾਓਗੇ ਨਾ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ, ਗੁਰੂ ਨਾਨਕ ਜੀ ਨੇ ਸੁਣਿਆ ਪੇਖਿਆ, ਸੇ ਫਿਰ ਗਰਵਾਸਨਾ ਭਰਿਆਰੇ। ਮੁੜ ਕੇ ਸਾਰਾ ਲੇਖਾ ਹਿਸਾਬ ਹੀ ਖਤਮ, ਪਿਛਲੀ ਕੁੱਲ ਕਿਰਤ ਜਾਤ ਗੋਤ ਸਭ ਨਾਸ।
ਇੱਕ ਨਵਾਂ ਜੀਵਨ ਜਿਹਨੂੰ ਖਾਲਸਾ ਜੀਵਨ ਕਹਿੰਦੇ ਆ ਉਹ ਪ੍ਰਾਪਤ ਹੋ ਜਾਣਾ। ਹਰ ਹਰ ਨਾਮ ਜਪੋ ਮਨ ਮੇਰੇ, ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ। ਹੇ ਭਾਈ, ਆਪਣੀ ਜ਼ਿੰਦਗੀ ਦੇ ਵਿੱਚ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਹਰੀ ਦਾ ਸਿਮਰਨ ਕਰੋ, ਜਿਹਦਾ ਸਿਮਰਨ ਕਰਨ ਦੇ ਨਾਲ ਦਲਿੱਦਰ ਦੁੱਖ ਤੇ ਭੁੱਖ ਸਾਰਾ ਕੁਝ ਦੂਰ ਹੋ ਜਾਣਾ। ਤੁਹਾਡੇ ਜੀਵਨ ਦੇ ਵਿੱਚ ਦਲਿੱਦਰ ਨਹੀਂ ਰਹਿਣਾ, ਕਿਉਂਕਿ ਤੁਹਾਨੂੰ ਗੁਰੂ ਨੇ ਉਪਦੇਸ਼ ਦਿੱਤਾ, ਘਾਲ ਖਾਏ ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪਹੁੰਚ, ਧਿਆਇਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਸਾਡਾ ਗੁਰੂ ਨਹੀਂ ਕਹਿੰਦਾ ਘਰ-ਬਾਰ ਛੱਡ ਕੇ ਭਾਜਾ, ਕਹਿੰਦੇ ਰੱਜ ਕੇ ਕਮਾ। ਲੇਕਿਨ ਕਮਾਈ ਕਰਨ ਤੋਂ ਬਾਅਦ ਜਿਹੜੇ ਲੋੜਵੰਦ ਨੇ ਉਹਨਾਂ ਨਾਲ ਸ਼ੇਅਰ ਕਰਨਾ ਤੇਰਾ ਫਰਜ਼ ਬਣਦਾ। ਘਾਲ ਖਾਏ ਕੇ ਛੱਥੋਂ ਦੇ, ਨਾਨਕ ਰਾਹ ਪਛਾਣੈ ਸੇ ਸਭ ਲੈ ਜਾਤੀ। ਹਰ ਹਰ ਨਾਮ ਜਪੋ ਮਨ ਮੇਰੇ, ਮੁਖ ਗੁਰਮੁਖ ਮੁਖ ਪ੍ਰੀਤ ਲਗਾਤੀ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਸ ਪ੍ਰਭੂ ਦਾ ਸਿਮਰਨ ਕਰੋ, ਜਿਸ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਤੁਹਾਡੇ ਮੁਖ ਦੇ ਉੱਤੇ, ਤੁਹਾਡੇ ਹਿਰਦੇ ਦੇ ਵਿੱਚ, ਤੁਹਾਡੇ ਅੰਦਰ ਪ੍ਰਭੂ ਦੀ ਪ੍ਰੀਤ ਪੈਦਾ ਹੋ ਜਾਏ। ਤੁਹਾਨੂੰ ਅਹਿਸਾਸ ਹੋ ਜਾਏ। ਭਗਤ ਰਵਿਦਾਸ ਜੀ ਨੂੰ ਪੁੱਛਿਆ ਕਿਸੇ ਨੇ, ਤੁਹਾਡੀ ਪ੍ਰੀਤ ਘਟਦੀ ਕਦੀ? ਕਹਿੰਦੇ ਕਿਵੇਂ ਘਟੇਗੀ? ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ। ਜਿਨ ਦਾ ਅਰਥ ਹੈ ਮਤਾ। ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਇੱਥੇ ਸੌਦਾ ਧਨ ਨਾਲ ਨਹੀਂ ਚੱਲਣਾ, ਇੱਥੇ ਸੌਦਾ ਕੇਵਲ ਤੇ ਕੇਵਲ ਸਿਰ ਦੇ ਕੇ ਹੋਣਾ। ਔਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਦਾਹਰਨ ਜਿਹੜੀ ਕੋਟ ਕੀਤੀ ਨਾ, ਉਹ ਬੜੀ ਕਮਾਲ ਦੀ। ਕਹਿੰਦੇ ਜਿਸ ਰਾਵਣ ਦੇ ਕੋਲ ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਰੀ, ਜਿਹਦਾ ਅਧਿਕਾਰੀ ਸੀ ਨਾ, ਉਹ ਜਿਹਦੀ ਲੰਕਾ ਸੋਨੇ ਦੀ ਸੀ, ਜਦੋਂ ਇਸ ਨੂੰ ਪ੍ਰਸੰਨ ਕਰਨ ਦੀ ਗੱਲ ਆਉਂਦੀ, ਕਹਿੰਦੇ ਲੰਕਾ ਨਹੀਂ ਭੇਟਾ ਕਰਦਾ ਉਹ। ਰਾਵਣ ਹੋਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ। ਮਿਥਿਆਸ ਕਹਿੰਦਾ ਕਿ 10 ਵਾਰੀ ਸਿਰ ਭੇਟਾ ਕੀਤੇ ਉਹਨੇ, ਉੱਥੇ ਲੰਕਾ ਨਹੀਂ ਭੇਟਾ ਕੀਤੀ, ਸੋਨਾ ਨਹੀਂ ਭੇਟਾ ਕੀਤਾ। ਚੇਤੇ ਰੱਖੋ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕੇਵਲ ਤੇ ਕੇਵਲ ਇੱਕੋ ਤਰੀਕਾ ਹੈ। ਔਰ ਗੁਰੂ ਅਮਰਦਾਸ ਜੀ ਦੇ ਬਚਨ ਰੋਜ਼ ਪੜ੍ਹਦੇ ਹਾਂ, ਹਰ ਆਪ ਅਮੁਲਕ ਹੈ ਮੁੱਲ ਨਾ ਪਾਇਆ ਜਾਏ। ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ, ਰਹੇ ਲੋਕ ਬਿਲਾਏ। ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਵਿੱਚੋਂ ਆਪ ਜਾਏ। ਮੁਖ ਪ੍ਰੀਤ ਲਗਾਤੀ। ਇਸ ਕਰਕੇ ਜੀਵਨ ਦੇ ਵਿੱਚ ਸਾਡੇ ਪ੍ਰੀਤ ਪੈਦਾ ਹੋਣੀ, ਪਿਆਰ ਪੈਦਾ ਹੋਣਾ ਕਦੋਂ? ਜਦੋਂ ਅਸੀਂ ਆਪਣਾ ਸਿਰ ਭੇਟਾ ਕਰਾਂਗੇ। ਸਤਿਗੁਰ ਸੇਵੇ ਆਪਣਾ ਸੋ ਸਿਰ ਰੇਖੈ ਲਾਏ, ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵ ਲਾਏ। ਇਹ ਜਿਹੜੀਆਂ ਪੰਕਤੀਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀਆਂ ਨਾ, ਇਹਨਾਂ ਪੰਕਤੀਆਂ ਤੋਂ ਆਰੰਭ ਕਰਕੇ ਆਪਣਾ ਸਿਰ ਭੇਟਾ ਕਰਨਾ, ਆਪਣੇ ਆਪ ਨੂੰ ਸਮਰਪਿਤ ਕਰਨਾ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਫਿਰ ਕੀ ਹੋਏਗਾ? ਜਿਤ ਮੁਖ ਭਾਗ ਲਿਖਿਆ ਤੁਰ ਸੱਚ ਹੈ। ਜਿਹਦੇ ਮੁਖ ਦੇ ਉੱਤੇ ਉਸ ਸੱਚੇ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ ਨੇ ਭਾਗ ਲਿਖ ਦਿੱਤਾ, ਬਦਲ ਦਿੱਤਾ ਕਿਸਮਤ ਨੂੰ, ਭਾਗ ਨੂੰ ਬਦਲ ਦਿੱਤਾ, ਕਰਮ ਨੂੰ ਬਦਲ ਦਿੱਤਾ। ਕਹਿੰਦੇ ਫਿਰ ਤੇ ਹਰ ਤਿਤ ਮੁਖ ਨਾਮ ਜਪਾਤੀ। ਹਰੀ ਕਿਰਪਾ ਕਰਦਾ, ਫਿਰ ਉਸ ਮੁਖ ਤੋਂ ਹਰ ਪਲ ਉਸ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੈ, ਬੰਦਗੀ ਹੁੰਦੀ ਹੈ। ਉਹ ਆਪਣਾ ਜੀਵਨ ਜਿਉਂਦਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਉਹ ਫਿਰ ਜ਼ਾਤਾਂ ਪਾਤਾਂ ਦੇ ਬਖੇੜੇ ਮੁਕਾ ਕੇ ਨਾ, ਕੇਵਲ ਤੇ ਕੇਵਲ ਰੱਬ ਦਾ ਦਰਸ਼ਨ ਕਰਦਾ ਸਾਰੇ ਪਾਸੇ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਇਸੇ ਕਰਕੇ ਸਿੱਖ ਧਰਮ ਦੇ ਅੰਦਰ ਇਹ ਪਿਆਰ ਪੈਦਾ ਕਰਨ ਵਾਸਤੇ, ਇਹ ਸਾਂਝ ਪੈਦਾ ਕਰਨ ਵਾਸਤੇ ਸਤਿਗੁਰੂ ਨੇ ਸਾਨੂੰ ਸੰਗਤ ਤੇ ਪੰਗਤ ਦਿੱਤੀ, ਜਿੱਥੇ ਬੈਠ ਕੇ ਸਾਨੂੰ ਤਹਿਜ਼ੀਬ ਪ੍ਰਾਪਤ ਹੁੰਦੀ ਹੋਏ। ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ। ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਭਾ ਵਿਛਾਏ। ਹੁਣੇ ਸਿੰਘ ਸਾਹਿਬ ਅਨਾਉਂਸ ਕਰ ਰਹੇ ਸਨ ਅਮਰ ਸੰਚਾਰ ਦੀ। ਅਮਰ ਸੰਚਾਰ ਕੀ ਹੈ? ਇੱਕੋ ਬਾਟੇ ਵਿੱਚ ਛਕਣਾ, ਜ਼ਾਤਾਂ ਪਾਤਾਂ, ਊਚ ਨੀਚ ਦਾ ਭੇਦਭਾਵ, ਅਮੀਰ ਗਰੀਬ ਦਾ, ਪੜ੍ਹੇ ਲਿਖੇ ਦਾ, ਸਭ ਭੇਦਭਾਵ ਮਿਟਾ ਦੇਣੇ। ਆਪਣੀ ਜ਼ਿੰਦਗੀ ਸਾਂਝ ਪੈਦਾ ਕਰਨੀ, ਪ੍ਰੀਤ ਪੈਦਾ ਕਰਨੀ। ਸਭੇ ਸਾਂਝੀ ਬਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ। ਜੀ ਮੇਰੀਆਂ ਭੁੱਲਾਂ ਮੇਰੀਆਂ ਸਮਝ ਕੇ ਖਿਮਾ ਕਰ ਦੇਣੀਆਂ, ਤੇ ਗੁਰੂ ਕੇ ਬਚਨ ਗੁਰੂ ਕੇ ਸਮਝ ਕੇ ਹਿਰਦੇ 'ਚ ਵਸਾ ਲੈਣੇ, ਤਾਂ ਕਿ ਭਰੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋ ਸਕੇ। ਸਾਰਿਆਂ ਦਾ ਧੰਨਵਾਦ। ਬਖਸ਼ੋ ਆਸ਼ੀਰਵਾਦ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।